ਸੰਭਲਿਆ ਸਚ ਥਾਨ, ਮਾਨ ਮਹਤ ਸਚ ਪਾਇਆ ਬਲਰਾਮ ਜੀਓ। ਪਾਵਨ ਸ਼ਬਦ ਧੰਨ ਗੁਰੂ ਅਰਜਨ ਦੇਵ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸੋਹੀ ਰਾਗਣੀ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ 778 ਅੰਗ ਤੇ ਸੁਭਾਇਮਾਨ ਜਿਸ ਸ਼ਬਦ ਦੀਆਂ 2 ਪੌੜੀਆਂ ਦੀ ਵਿਚਾਰ ਆਪਾਂ ਗੱਲ ਕਰੀ ਸੀ, 2 ਪੌੜੀਆਂ ਦੀ ਵਿਚਾਰ ਅੱਜ ਸਰਵਣ ਕਰਨੀ ਹੈ। ਤੀਸਰੀ ਪੌੜੀ ਦੇ ਅੰਦਰ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਸੰਭਲਿਆ ਸੱਚ ਥਾਨ। ਸੰਭਲਿਆ ਦਾ ਅਰਥ ਹੁੰਦਾ ਹੈ ਸੰਭਲ ਜਾਣਾ, ਸੰਭਲ ਗਿਆ, ਸੰਭਲ ਜਾਈਏ। ਜਿਵੇਂ ਕਈ ਵਾਰੀ ਬਾਥਰੂਮ ਦੇ ਵਿੱਚ ਇਸ਼ਨਾਨ ਕਰਦੇ ਹਾਂ, ਸਾਡਾ ਪੈਰ ਤਿਲਕ ਜਾਂਦਾ ਹੈ ਤੇ ਅਸੀਂ ਕੰਧ ਨੂੰ ਹੱਥ ਪਾ ਕੇ ਜਾਂ ਟੂਟੀ ਨੂੰ ਹੱਥ ਪਾ ਕੇ ਤੇ ਡਿੱਗਣੋਂ ਸੰਭਲ ਜਾਂਦੇ ਹਾਂ। ਜਾਂ ਅਸੀਂ ਤੁਰੇ ਜਾਂਦੇ ਹਾਂ, ਕਿਤੇ ਚਿੱਕੜ ਹੈ ਜਾਂ ਰਸਤਾ ਖਰਾਬ ਹੈ, ਪੈਰ ਤਿਲਕ ਗਏ ਜਾਂ ਠੇਡਾ ਲੱਗ ਗਏ ਤੇ ਉੱਥੇ ਵੀ ਅਸੀਂ ਡਿੱਗਦੇ ਸੰਭਲ ਜਾਂਦੇ ਹਾਂ। ਕਈ ਵਾਰੀ ਕੋਈ ਪ੍ਰਾਣੀ ਆਪਣੇ ਜੀਵਨ ਦੇ ਵਿੱਚ ਕੁਰੇਤਨ ਕਰਦਾ ਰਹਿੰਦਾ, ਕਦੇ ਤਾਸ਼ ਖੇਡ ਲਈ, ਕਦੇ ਠੇਕੇ ਵਾਲੇ ਪਾਸੇ ਚਲਾ ਗਿਆ, ਕਿਤੇ ਹੋਰ ਵਿਕਾਰ ਕਰਮ ਕਰ ਲਿਆ ਤੇ ਉਹਦੇ ਜੀਵਨ ਦੇ ਵਿੱਚ ਫਿਰ ਜਦੋਂ ਬਦਲਾਅ ਹੁੰਦਾ ਹੈ, ਉਹ ਅੰਮ੍ਰਿਤ ਛਕ ਲੈਂਦਾ, ਗੁਰੂ ਵਾਲਾ ਹੋ ਜਾਂਦਾ, ਗੁਰੂ ਘਰ ਆਉਣ ਲੱਗ ਜਾਂਦਾ ਤੇ ਅਸੀਂ ਉਹਨੂੰ ਵੀ ਕਹਿ ਦਿੰਦੇ ਹਾਂ ਇਹ ਸੰਭਲ ਗਿਆ, ਸੰਭਲ ਕੇ ਸੱਚ ਥਾਨ ਸੱਚੇ ਪਾਸੇ ਲੱਗ ਗਿਆ। ਸੰਭਲਿਆ ਸੱਚ ਥਾਨ, ਇਹੀ ਗੱਲ ਗੁਰੂ ਮਹਾਰਾਜ ਇੱਥੇ ਦੱਸਦੇ ਨੇ। ਸੰਭਲਿਆ ਇਹ ਮਨੁੱਖਾ ਜੀਵਨ ਹੈ। ਮਨੁੱਖਾ ਜੀਵਨ ਦੇ ਵਿੱਚ ਉਹ ਪ੍ਰਾਣੀ ਸੰਭਲਿਆ ਕਿਹੜਾ? ਸੱਚ ਥਾਨ, ਜਿਹੜਾ ਸੱਚੇ ਪਾਸੇ ਲੱਗ ਗਿਆ। ਅਸੀਂ ਗੁਰੂ ਘਰ ਰਹਿੰਦੇ ਹਾਂ, ਗੁਰੂ ਘਰ ਆਉਂਦੇ ਹਾਂ, ਜੇ ਸੱਚੇ ਪਾਸੇ ਨਹੀਂ ਲੱਗੇ ਨਾ, ਸਾਨੂੰ ਸੱਚੀ ਥਾਂ ਦਾ ਹੀ ਨਹੀਂ ਪਤਾ। ਅਸੀਂ ਸੱਚੀ ਥਾਂ ਤੇ ਰਹਿ ਕੇ ਵੀ ਸੱਚੇ ਨਹੀਂ ਤੇ ਫਿਰ ਅਸੀਂ ਸੰਭਲੇ ਨਹੀਂ, ਅਸੀਂ ਡਿੱਗੇ ਹੋਏ ਹਾਂ, ਤਿਲਕੇ ਹੋਏ ਹਾਂ। ਧੰਨ ਗੁਰਬਾਣੀ ਦੇ ਅੰਦਰ ਇਸ ਤਰ੍ਹਾਂ ਦੇ ਕਈ ਸ਼ਬਦ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਗੁਰੂ ਜੀ ਨੇ ਸਾਨੂੰ ਦੱਸਿਆ ਵੀ ਅਸੀਂ ਸੰਭਲ ਜਾਈਏ। ਮੇਰੋ ਮਨ ਜਦ ਕਤ ਤੁਝੇ ਸੰਭਾਲੈ। ਸੰਭਾਲੇ ਦਾ ਅਰਥ ਵੀ ਇਹ ਸੰਭਲ ਜਾਵੇ, ਤੈਨੂੰ ਸੰਭਾਲ ਲਵੇ। ਸੰਭਲ ਦਾ ਅਰਥ ਵੀ ਸੰਭਾਲਣਾ ਹੁੰਦਾ ਹੈ, ਆਪਣਾ ਆਪ ਸੰਭਾਲ ਲਈਏ। ਮੇਰੋ ਮਨ ਜਦ ਕਤ ਤੁਝੇ ਸੰਭਾਲੈ। ਹੇ ਮੇਰੇ ਵਾਹਿਗੁਰੂ ਜੀ, ਮੇਰੇ ਤੇ ਕਿਰਪਾ ਕਰ, ਮੇਰਾ ਮਨ ਸੰਭਲ ਜਾਵੇ, ਮੇਰਾ ਮਨ ਸਿਆਣਾ ਹੋ ਜਾਵੇ ਤੇ ਇਹ ਤੈਨੂੰ ਹੀ ਸੰਭਾਲਦਾ ਰਹੇ। ਹਮ ਬਾਰਕ ਦੀਨ ਪਿਤਾ ਪ੍ਰਭ ਮੇਰੇ। ਹੇ ਵਾਹਿਗੁਰੂ, ਅਸੀਂ ਤੇਰੇ ਬੱਚੇ ਹਾਂ, ਕਿਉਂਕਿ ਮਾਤਾ ਪਿਤਾ ਜਿਹੜਾ ਉਹ ਬੱਚਿਆਂ ਨੂੰ ਪ੍ਰੇਰਨਾ ਦਿੰਦਾ ਵੀ ਤੁਸੀਂ ਸੰਭਲੋ, ਸੰਭਲ ਕੇ ਪੜ੍ਹਾਈ ਕਰੋ, ਸੰਭਲ ਕੇ ਖਰਚਾ ਕਰੋ, ਸੰਭਾਲ ਕੇ। ਸੰਭਲ ਦਾ ਅਰਥ ਸੰਭਾਲ ਵੀ ਹੁੰਦਾ ਹੈ। ਜਿੱਥੇ ਸਰੀਰ ਨੂੰ ਸੰਭਾਲਣਾ ਹੈ, ਸਰੀਰ ਨੂੰ ਬਚਾਉਣਾ ਹੈ ਚੋਟ ਤੋਂ, ਡਿੱਗਣ ਤੋਂ, ਉੱਥੇ ਕੁਝ ਇਸ ਤਰ੍ਹਾਂ ਦੀਆਂ ਆਦਤਾਂ ਵੀ ਨੇ ਜਿਨ੍ਹਾਂ ਆਦਤਾਂ ਨੂੰ ਅਸੀਂ ਛੱਡਣਾ, ਉਹ ਵੀ ਸੰਭਲਣਾ ਹੈ। ਹਮ ਬਾਰਕ ਦੀਨ ਪਿਤਾ ਪ੍ਰਭ ਮੇਰੇ। ਹੀ ਮੇਰੇ ਵਾਹਿਗੁਰੂ, ਅਸੀਂ ਤੇਰੇ ਪੁੱਤਰ ਹਾਂ, ਤੇਰੇ ਬੱਚੇ ਹਾਂ ਤੇ ਹੈਗੇ ਬੜੇ ਦੀਨ ਹਾਂ। ਦੀਨ ਪਿਤਾ, ਪਿਤਾ ਪ੍ਰਭ ਮੇਰੇ। हे ਮੇਰੇ ਪ੍ਰਭੂ ਪਰਮਾਤਮਾ, ਤੂੰ ਮੇਰਾ ਪਿਤਾ ਹੈ। ਬਾਰਕ ਦੀਨ ਹਮ, ਅਸੀਂ ਤੇਰੇ ਦੀਨ ਬੱਚੇ ਹਾਂ। ਜੋ ਜਾਣਿਓ ਤੂੰ ਤਾਰੈ। ਜਿਵੇਂ ਤੈਨੂੰ ਚੰਗਾ ਲੱਗਦਾ ਹੈ ਨਾ, ਜਿਵੇਂ ਤੂੰ ਜਾਣਦਾ ਹੈ, ਉਵੇਂ ਸਾਨੂੰ ਆਪਣੇ ਬਣਾ ਲਾ। ਧੰਨ ਗੁਰਬਾਣੀ ਦੇ ਅਰਥ ਨੇ ਨਾ ਜਿਹੜੇ, ਇਹ ਸਾਡੀ ਸਮਝ ਦੇ ਵਿੱਚ ਨਹੀਂ ਆਉਂਦੇ। ਮੈਨੂੰ ਇੱਕ ਖਿਆਲ ਜਿਹਾ ਆ ਗਿਆ ਤੇ ਮੈਂ ਦੱਸ ਕੇ ਅੱਗੇ ਜਾਵਾਂਗਾ। ਇੱਕ ਸਾਡੀ ਸੰਪਰਦਾ ਹੈ, ਉਸ ਦਾ ਨਾਮ ਮਸ਼ੀਨਰੀ ਸੰਪਰਦਾ ਹੈ। ਉਹਨਾਂ ਦਾ ਮਤਲਬ ਕੇਵਲ ਅੱਖਰੀ ਗਿਆਨ ਨਾਲ ਹੈ, ਅਧਿਆਤਮਿਕ ਗਿਆਨ ਨਾਲ ਉਹਨਾਂ ਦਾ ਕੋਈ ਮਤਲਬ ਨਹੀਂ। ਅੱਖਰੀ ਗਿਆਨ ਦੀ ਖੋਜ ਕਰਦੇ ਨੇ ਜ਼ਿਆਦਾਤਰ ਉਹ।
ਤੇ ਜਦੋਂ ਅਸੀਂ ਅੱਖਰੀ ਗਿਆਨ ਦੀ ਖੋਜ ਕਰਦੇ ਹਾਂ ਤੇ ਸਾਨੂੰ ਫਿਰ ਅੱਖਰਾਂ ਦੇ ਨਾਲ ਅੱਖਰਾਂ ਦੀ ਕੋਈ ਸਮਝ ਆਉਂਦੀ ਹੈ, ਅਧਿਆਤਮਕ ਦੀ ਸਮਝ ਨਹੀਂ ਆਉਂਦੀ। ਤੇ ਗੁਰਬਾਣੀ ਅਧਿਆਤਮਕ ਦੇ ਵਿੱਚ ਲਿਖੀ ਗਈ ਹੈ। ਮੈਂ ਆਪ ਜੀ ਦੇ ਅੱਗੇ ਇੱਕ ਨੁਕਤਾ ਪੇਸ਼ ਕਰਦਾ, ਉਸ ਦੇ ਨਾਲ ਬੜੀ ਸਮਝ ਆਵੇਗੀ। ਇਹ ਮਸ਼ੀਨਰੀ ਅੰਮ੍ਰਿਤਧਾਰੀ ਸਿੰਘ ਦੇ ਬਾਣੀ ਪੜ੍ਹਦਾ ਤੇ ਇਹਨੇ ਮੇਰੇ ਤੇ ਤਰਕ ਕਰ ਦਿੱਤੀ। ਮੈਨੂੰ ਕਹਿੰਦੇ, ਗਿਆਨੀ ਜੀ, ਗੁਰਬਾਣੀ ਦੇ ਅੰਦਰ ਫਰਮਾਨ ਆਉਂਦਾ ਹੈ, ਸੀਸ ਕੱਟੇ ਕੱਟ ਦੀਜੇ, ਵੀ ਸਿਰ ਵੱਢ ਕੇ ਦੇ ਦਈਏ ਗੁਰੂ ਨੂੰ, ਸਿਰ ਵੱਢ ਕੇ ਦੇ ਦਈਏ ਨਾਮ ਜਪਣ ਵਾਲੇ ਨੂੰ, ਸਿਰ ਵੱਢ ਕੇ ਦੇ ਦਈਏ ਗੁਰਮੁਖ ਪਿਆਰੇ ਨੂੰ, ਸਿਰ ਵੱਢ ਕੇ ਦੇ ਦਈਏ ਬ੍ਰਹਮ ਗਿਆਨੀ ਨੂੰ, ਸਿਰ ਵੱਢ ਕੇ ਦੇ ਦਈਏ ਸੰਤ ਨੂੰ। ਤੇ ਜਦੋਂ ਸਿਰ ਹੀ ਵੱਢ ਕੇ ਦੇ ਦਿੱਤਾ ਤੇ ਫਿਰ ਮਗਰ ਕੀ ਰਹਿ ਗਿਆ? ਮੈਂ ਕਿਹਾ ਅੱਖਰੀ ਗਿਆਨ ਹੈ, ਅਧਿਆਤਮਕ ਗਿਆਨ ਨਹੀਂ, ਇਹ ਅੱਖਰੀ ਗਿਆਨ ਨੇ। ਤੇ ਅਧਿਆਤਮਕ ਗਿਆਨ ਕੀ ਹੈ? ਅਧਿਆਤਮਕ ਗਿਆਨ ਉਹ ਗਿਆਨ ਹੈ ਜਿਹਨੂੰ ਅਨੁਭਵੀ ਗਿਆਨ ਵੀ ਆਖਿਆ ਜਾਂਦਾ ਹੈ। ਤੇ ਇਹਦਾ ਅਰਥ ਇਸ ਤਰ੍ਹਾਂ ਬਣਦਾ ਹੈ, ਇੱਕ ਨੁਕਤੇ ਨਾਲ ਸਮਝਿਆ ਜਾਵੇਗਾ, ਵੈਸੇ ਨਹੀਂ ਸਮਝ ਆਏਗੀ। ਕੋਈ ਗੁਰਮੁਖ ਪਿਆਰਾ ਹੈ, ਮੈਂ ਉਹਦੇ 4 ਪੈਸੇ ਦੇਣੇ ਨੇ, ਉਹ ਮੇਰੇ ਕੋਲ ਆ ਗਿਆ, ਮੈਨੂੰ ਆਣ ਕੇ ਕਹਿੰਦਾ, ਬਾਬਾ ਜੀ ਮੈਂ ਤੁਹਾਡੇ ਤੋਂ ਮਾਇਆ ਲੈਣੀ ਹੈ, ਤੁਸੀਂ ਆਧਾਰੀ ਲਈ ਸੀ ਤੇ ਮੈਨੂੰ ਦੇ ਦਿਓ। ਤੇ ਮੈਂ ਦੋਵੇਂ ਹੱਥ ਜੋੜ ਕੇ ਖੜਾ ਹੋ ਗਿਆ। ਮੈਂ ਕਹਿੰਦਾ, ਗੁਰਮੁਖਾ ਮੇਰਾ ਸਿਰ ਵੱਢ ਲਾ, ਪੈਸੇ ਮੇਰੇ ਕੋਲ ਦੇਣ ਨੂੰ ਕੁਝ ਵੀ ਨਹੀਂ ਹੈਗਾ, ਪੈਸੇ ਕੀ ਕੁਝ ਵੀ ਨਹੀਂ ਮੇਰੇ ਕੋਲ ਦੇਣ ਨੂੰ, ਜਮਾਂ ਨੰਗ ਮਲੰਗ ਹੋ ਗਿਆ, ਤੇ ਸਿਰ ਵੱਢ ਲਾ ਮੇਰਾ। ਹੁਣ ਇੱਥੇ ਸਿਰ ਵੱਢਣ ਦਾ ਮੇਰਾ ਆਖਣ ਦਾ ਮਤਲਬ ਇਹ ਵੀ ਮੇਰੀ ਜਾਨ ਹੀ ਇਕੱਲੀ ਏ, ਹੋਰ ਤੈਨੂੰ ਦੇਣ ਨੂੰ ਮੇਰੇ ਕੋਲ ਕੁਝ ਵੀ ਨਹੀਂ। ਉਸੇ ਤਰ੍ਹਾਂ ਗੁਰੂ ਮਹਾਰਾਜ ਜੀ ਕਹਿੰਦੇ ਨੇ, ਜਿਹੜਾ ਨਾਮ ਜਪਣ ਵਾਲਾ ਹੈ ਪ੍ਰਭੂ ਪਰਮਾਤਮਾ ਹੈ, ਸੱਚੇ ਸਤਿਗੁਰ ਨੇ, ਇਹ ਜਦੋਂ ਸਾਡੇ ਤੇ ਪਰਉਪਕਾਰ ਕਰਦੇ ਤੇ ਫਿਰ ਅਸੀਂ ਇਹਨਾਂ ਨੂੰ ਕੀ ਦਈਏ? ਕੁਝ ਵੀ ਨਹੀਂ। ਇਸ ਤਰ੍ਹਾਂ ਦੀ ਸੰਸਾਰ ਦੀ ਕੋਈ ਵੀ ਚੀਜ਼ ਨਹੀਂ ਹੈਗੀ ਜਿਹੜੀ ਅਸੀਂ ਉਸ ਦੇ ਬਦਲੇ ਦੇ ਦਈਏ ਤੇ ਇਹ ਕਹਿ ਦਈਏ ਵੀ ਲੈ ਅਸੀਂ ਤੇਰਾ ਅਹਿਸਾਨ ਚੁਕਾ ਦਿੱਤਾ ਹੀ। ਇਹਦਾ ਅਰਥ ਇਹ ਬਣ ਦਿੰਦਾ ਹੈ, ਸਿਰ ਵੱਡੇ ਵੱਢ ਦੀਜੇ, ਵੀ ਸਿਰ ਵੱਢ ਕੇ ਦੇ ਦਈਏ। ਇਹਦਾ ਅਰਥ ਇਹ ਬਣ ਦਿੰਦਾ ਹੈ, ਇਹ ਮੇਰੇ ਵਾਹਿਗੁਰੂ, ਦੁਨੀਆ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਨਹੀਂ, ਇਸ ਤਰ੍ਹਾਂ ਦਾ ਪਦਾਰਥ ਨਹੀਂ ਜਿਹੜਾ ਅਸੀਂ ਤੈਨੂੰ ਦੇ ਦਈਏ ਤੇ ਤੇਰਾ ਜਿਹੜਾ ਅਹਿਸਾਨ ਹੈ ਉਹ ਚੁਕਾ ਦਈਏ। ਜਿਵੇਂ ਇੱਕ ਬੱਚਾ ਆਪਣੀ ਮਾਂ ਨੂੰ ਆਖੇ ਨਾ ਵੀ ਮੈਨੂੰ ਤੂੰ ਜਨਮ ਦਿੱਤਾ ਹੈ, ਮੈਨੂੰ ਪਾਲਿਆ ਪੋਸ਼ਿਆ ਹੈ, ਤੇ ਇਹਦੇ ਬਦਲੇ ਲੈ ਤੂੰ ਲੱਖ ਰੁਪਈਆ ਮੇਰੇ ਤੋਂ ਲੈ ਲਾ, ਤੇ ਅਹਿਸਾਨ ਨਹੀਂ ਜਿਹੜਾ ਪੂਰਾ ਹੋ ਜਾਏਗਾ, ਨਹੀਂ ਹੋਏਗਾ। ਬੱਚੇ ਕੋਲੇ ਦੁਨੀਆ ਦੀ ਕੋਈ ਵੀ ਇਸ ਤਰ੍ਹਾਂ ਦੀ ਦੌਲਤ, ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈਗੀ ਜਿਹੜਾ ਆਪਣੀ ਮਾਂ ਨੂੰ ਦੇ ਕੇ ਇਹ ਕਹਿ ਦੇਵੇ ਵੀ ਜਿਹੜਾ ਤੂੰ ਮੈਨੂੰ 9 ਮਹੀਨੇ ਪੇਟ ਦੇ ਵਿੱਚ ਚੁੱਕੀ ਫਿਰੀਏ ਤੇ ਮੇਰਾ ਗੰਦ ਤੇ ਮੂੰਹ ਤੇ ਜਿਹੜਾ ਉਹ ਤੂੰ ਧੋਣਾ ਕੀਤਾ ਹੈ, ਮੈਨੂੰ ਪਾਲਣਾ ਕੀਤਾ ਹੈ, ਆਪ ਸੁੱਕੀ ਗਿੱਲੀ ਥਾਂ ਤੇ ਸੁੱਤੀ ਹੈ ਤੇ ਮੈਨੂੰ ਸੁੱਕੀ ਥਾਂ ਤੇ ਸਵਾਇਆ ਹੀ, ਇਸ ਦੇ ਬਦਲੇ ਲੈ ਆਹ ਚੀਜ਼ ਲੈ ਲਾ, ਕੋਈ ਵੀ ਦੁਨੀਆ ਦੀ ਚੀਜ਼ ਨਹੀਂ ਹੈਗੀ। ਉਸੇ ਤਰ੍ਹਾਂ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਕਿਰਪਾ ਕੀਤੀ, ਹਮ ਬਾਰਕ ਦੀਨ ਪਿਤਾ ਪ੍ਰਭ ਮੇਰੇ, ਹੀ ਮੇਰੇ ਵਾਹਿਗੁਰੂ ਅਸੀਂ ਤੇਰੇ ਬੱਚੇ ਹਾਂ। ਤੇ ਹੁਣ ਜਿਹੜਾ ਬੱਚਾ ਹੁੰਦਾ ਹੈ ਨਾ, ਇਹ ਮਾਤਾ ਪਿਤਾ ਦਾ ਅਹਿਸਾਨ ਨਹੀਂ ਚੁਕਾ ਸਕਦਾ। ਤਾਂ ਕਰਕੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ, ਜਿਉ ਜਾਣੋ ਤਿਉ ਧਾਰੇ, ਅਸੀਂ ਤੇਰੇ ਬੱਚੇ ਹਾਂ ਤੇ ਅਸੀਂ ਤੇਰੇ ਅਹਿਸਾਨ ਨੂੰ ਕਿਸੇ ਵੀ ਹਾਲਤ ਦੇ ਵਿੱਚ ਚੁਕਾ ਨਹੀਂ ਹੋ ਸਕਦੇ, ਪਰ ਤੂੰ ਕਿਰਪਾ ਕਰ, ਜਿਵੇਂ ਤੇਰੇ ਤੋਂ ਰੱਖੇ ਜਾਂਦੇ ਆ ਨਾ, ਜਿਵੇਂ ਤੇਰੇ ਤੋਂ ਆਪਣੇ ਬਣਾਏ ਜਾਂਦੇ ਆ, ਉਵੇਂ ਸਾਨੂੰ ਆਪਣੇ ਬਣਾ ਲਾ। ਜਬ ਭੁੱਖੋ ਤਬ ਭੋਜਨ ਮੰਗੈ, ਬੱਚੇ ਦਾ ਕੰਮ ਕੀ ਹੁੰਦਾ ਹੈ? ਭੁੱਖ ਲੱਗੀ ਹੈ ਤੇ ਉਹਨੇ ਰੋ ਕੇ ਮੰਗ ਲੈਣਾ ਹੈ। ਮਾਂ ਨੂੰ ਭਾਵੇਂ ਦੁੱਧ ਆਉਂਦਾ ਹੈ ਜਾਂ ਨਹੀਂ ਆਉਂਦਾ, ਕਦੀ ਬੱਚੇ ਨੇ ਪੁੱਛਿਆ ਨਹੀਂ, ਉਹਨੇ ਰੋਣਾ ਹੈ ਤੇ ਆਖਣਾ ਵੀ ਮੇਰੀ ਭੁੱਖ ਦੂਰ ਕਰ। ਜਬ ਭੁੱਖੋ, ਜਦੋਂ ਬੱਚਾ ਭੁੱਖਾ ਹੈ, ਤਬ ਭੋਜਨ ਮੰਗੇ, ਉਦੋਂ ਉਹਨੇ ਭੋਜਨ ਮੰਗਣਾ ਹੈ। ਬੱਚੇ ਦਾ ਸੁਭਾਅ ਹੀ ਨਹੀਂ ਮੰਗੇਗਾ ਤੇ ਮਰ ਜਾਵੇਗਾ। ਇਸੇ ਤਰ੍ਹਾਂ ਹੀ ਮੇਰੇ ਵਾਹਿਗੁਰੂ, ਜਦੋਂ ਸਾਨੂੰ ਸੰਸਾਰਿਕ ਪਦਾਰਥਾਂ ਦੀ ਲੋੜ ਹੈ ਨਾ, ਤੇ ਅਸੀਂ ਤੇਰੇ ਤੋਂ ਮੰਗਣੀਆਂ ਹੀ ਮੰਗਣੀਆਂ ਨੇ। ਤੂੰ ਗੁੱਸਾ ਨਾ ਕਰਿਆ ਕਰ, ਤੂੰ ਇਸ ਗੱਲ ਦਾ ਗੁੱਸਾ ਨਾ ਕਰਿਆ ਕਰ ਵੀ ਮੇਰੇ ਕੋਲ ਆ ਜਾਂਦੇ ਨੇ ਤੇ ਨਾਮ ਤਾਂ ਮੰਗਦੇ ਨਹੀਂ, ਸਿਮਰਨ ਨਹੀਂ ਮੰਗਦੇ, ਮੁਕਤੀ ਨਹੀਂ ਮੰਗਦੇ, ਜੀਵਨ ਉੱਚਾ ਸੁੱਚਾ ਨਹੀਂ ਮੰਗਦੇ, ਕਦੀ ਕੁਝ ਮੰਗਦੇ ਨੇ, ਕਦੀ ਕੁਝ ਮੰਗਦੇ ਨੇ। ਇਹ ਨਹੀਂ, ਅਸੀਂ ਬੱਚੇ ਹਾਂ ਤੇ ਭੁੱਖ ਲੱਗੀ ਹੈ ਤੇ ਮੰਗਣਾ ਹੀ ਹੈ। ਜਬ ਭੁੱਖੋ ਤਬ ਭੋਜਨ ਮੰਗੇ, ਜਦੋਂ ਬੱਚਾ ਭੁੱਖਾ ਹੁੰਦਾ ਹੈ ਤੇ ਭੋਜਨ ਮੰਗਦਾ ਹੈ। ਅਗਾਏ ਸੁਖ ਸੰਗਾਏ, ਤੇ ਜਦੋਂ ਬੱਚਾ ਰੱਜ ਜਾਂਦਾ ਹੈ ਨਾ ਤੇ ਸੁੱਖ ਦੇ ਵਿੱਚ ਹੋ ਜਾਂਦਾ ਤੇ ਫਿਰ ਮਾਂ ਨੂੰ ਭੁੱਲ ਜਾਂਦਾ ਹੈ, ਫਿਰ ਖੇਡਣ ਲੱਗ ਜਾਂਦਾ, ਖੇਡ 'ਚ ਮਸਤ ਹੋ ਜਾਂਦਾ।
ਇਹ ਔਗਣ ਹੈ, ਇੱਕ ਔਗਣ ਹੈ, ਇਹ ਸਾਡੇ 'ਚ ਵੀ ਔਗਣ ਹੈ। ਜਦੋਂ ਅਸੀਂ ਬੱਚੇ ਦੀ ਗੱਲ ਕਰਦੇ ਹਾਂ ਜਾਂ ਗੁਰਬਾਣੀ ਦੇ ਅੰਦਰ ਬੱਚੇ ਦੀ ਗੱਲ ਕੀਤੀ ਹੈ ਤੇ ਸਾਨੂੰ ਇਹ ਆਪਣੇ ਜੀਵਨ ਦੇ ਵਿੱਚ ਧਾਰ ਲੈਣਾ ਚਾਹੀਦਾ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅਸੀਂ ਬੱਚੇ ਹਾਂ ਤੇ ਔਗਣ ਸਾਡੇ ਵਿੱਚ ਵੀ ਹੈ। ਹੁਣ ਬੱਚਾ ਹੈ, ਜਦੋਂ ਭੁੱਖ ਲੱਗੀ ਹੈ ਉਦੋਂ ਰੋਣ ਲੱਗ ਗਿਆ, ਮਾਂ ਨੇ ਦੁੱਧ ਪਿਆ ਦਿੱਤਾ, ਦੁੱਧ ਚੰਗਾ ਦਿੱਤਾ ਤੇ ਫਿਰ ਜਾਂ ਸੌਂ ਗਿਆ ਤੇ ਜਾਂ ਖੇਡਣ ਲੱਗ ਗਿਆ। ਮਾਂ ਨੂੰ ਵਿਸਾਰਤਾ, ਮਾਂ ਨੂੰ ਭੁੱਲ ਗਿਆ। ਮਾਂ ਦੀ ਹੁਣ ਲੋੜ ਨਹੀਂ ਹੈਗੀ। ਲੋੜ ਕਦੋਂ ਪੈਗੀ? ਜਦੋਂ ਫਿਰ ਭੁੱਖ ਲੱਗੇਗੀ। ਸਾਨੂੰ ਪਦਾਰਥ ਮਿਲ ਗਏ, ਅਸੀਂ ਪਦਾਰਥ ਲੈ ਲਏ, ਪਦਾਰਥ ਪਾ ਲਏ, ਫਿਰ ਜਾਂ ਅਗਿਆਨਤਾ ਦੀ ਨੀਂਦ ਸੌਂ ਗਏ ਹਾਂ। ਬੱਚਾ ਉੱਧਰ ਸੌ ਜਾਂਦਾ ਹੈ, ਅਸੀਂ ਇੱਧਰ ਅਗਿਆਨਤਾ ਦੀ ਨੀਂਦ ਸੌਂ ਜਾਂਦੇ ਹਾਂ, ਗੁਰੂ ਨੂੰ ਭੁੱਲ ਜਾਂਦੇ ਹਾਂ। ਜਾਂ ਫਿਰ ਗੁਰੂ ਨੇ ਜਿਹੜੀ ਸਾਨੂੰ ਦਾਤ ਦਿੱਤੀ ਹੈ ਨਾ, ਦਾਤ ਪਿਆਰੀ ਵਿਸਰਿਆ ਦਾਤਾਰ, ਉਹ ਦਾਤ ਨੂੰ ਅਸੀਂ ਪਿਆਰਾ ਕਰਨ ਲੱਗ ਜਾਂਦੇ ਹਾਂ। ਸਾਰੇ ਨਹੀਂ ਇਸ ਤਰ੍ਹਾਂ ਦੇ, ਪਰ ਇਹ ਔਗਣ ਹੈ ਸਾਡੇ ਅੰਦਰ। ਅੱਗੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਤਬ ਅਰੋਗ ਜਬ ਤੁਮ ਸੰਗ ਬਸਤੇ। ਬੱਚਾ ਹੁਣ ਮਾਂ ਦੀ ਗੋਦ ਦੇ ਵਿੱਚ ਹੋਵੇ ਤੇ ਉਹਨੂੰ ਕੋਈ ਵੀ ਡਰ ਨਹੀਂ ਹੁੰਦਾ, ਉਹਨੂੰ ਕੋਈ ਵੀ ਡਰ ਨਹੀਂ ਹੁੰਦਾ, ਕਿਉਂਕਿ ਉਹਨੂੰ ਮਾਂ ਦੀ ਗੋਦ ਪ੍ਰਾਪਤ ਹੈ ਤੇ ਮਾਂ ਜਿਹੜੀ ਉਹ ਆਪ ਦੁੱਖ ਸਹਾਰ ਲੇਗੀ, ਆਪ ਕਸ਼ਟ ਸਹਾਰ ਲੇਗੀ, ਬੱਚੇ ਨੂੰ ਕਸ਼ਟ ਨਹੀਂ ਹੋਣ ਦੇਗੀ। ਉਸੇ ਤਰ੍ਹਾਂ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਹੇ ਸੱਚੇ ਸਤਿਗੁਰੂ ਜੀ, ਜਦੋਂ ਅਸੀਂ ਤੁਹਾਡੇ ਸੰਗ ਵਸਤੋਂ, ਤੁਹਾਡੇ ਨਾਲ ਵਸਦੇ ਆ ਨਾ, ਨਾਲ ਵਸਣ ਤੋਂ ਭਾਵ ਤੇਰਾ ਨਾਮ ਸਾਡੇ ਅੰਦਰ ਜਦੋਂ ਵਸ ਰਿਹਾ ਹੁੰਦਾ ਨਾ, ਤਬ ਅਰੋਗ, ਉਦੋਂ ਅਸੀਂ ਅਰੋਗ ਹੁੰਨੇ ਆ। ਤੇ ਰੋਗ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਰੋਗ ਨੇ। ਜਦੋਂ ਤੂੰ ਸਾਡੇ ਅੰਦਰ ਵਸਦਾ ਹੈ, ਤੇਰੇ ਨਾਲ ਸਾਡਾ ਵਸ ਹੋ ਜਾਂਦਾ ਹੈ ਤੇ ਫਿਰ ਉਦੋਂ ਅਸੀਂ ਅਰੋਗ ਹੋ ਜਾਂਦੇ ਹਾਂ। ਵਕਾਰ ਸਾਨੂੰ ਕੁਝ ਨਹੀਂ ਆਖਦੇ। ਛੁਟਕਤ ਹੋਏ ਰਵਾਰੇ। ਤੇ ਜੇ ਤੇਰਾ ਨਾਮ ਛੁੱਟ ਜਾਂਦਾ ਹੈ ਜਾਂ ਤੂੰ ਛੱਡ ਦਿੰਦਾ ਨਾ, ਤੇ ਫਿਰ ਅਸੀਂ ਰਵਾਰੇ ਵੱਖਰੇ ਜਿਹੇ ਹੋ ਜਾਂਦੇ ਹਾਂ। ਫਿਰ ਡਰ ਜਿਹਾ ਮਹਿਸੂਸ ਹੋਣ ਲੱਗ ਜਾਂਦਾ ਹੈ, ਫਿਰ ਦੂਜੇ ਪਾਸੇ ਅਸੀਂ ਰਮਨ ਕਰਨ ਲੱਗ ਜਾਂਦੇ ਹਾਂ, ਮਨ ਇੱਧਰ ਉੱਧਰ ਜਾਣ ਲੱਗ ਜਾਂਦਾ ਹੈ। ਅੱਗੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਕਮਨ ਬਸੇਰੋ ਦਾਸ ਦਾਸਨ ਕੋ। ਹੇ ਸੱਚੇ ਸਤਿਗੁਰੂ ਜੀ, ਸਾਡਾ ਕਾਹਦਾ ਬਸੇਰਾ ਹੈ? ਇਹਨੂੰ ਹੁਣ ਇਸ ਤਰ੍ਹਾਂ ਸਮਝ ਲਈਏ। ਤੁਹਾਨੂੰ ਜੇ ਪੁੱਛਾਂ ਤੁਸੀਂ ਕਿੱਥੇ ਰਹਿੰਦੇ ਹੋ ਤੇ ਤੁਸੀਂ ਕਹੋਗੇ ਅਸੀਂ ਮਹਾਰਾਜ ਰਹਿੰਦੇ ਹਾਂ, ਸਾਡਾ ਨਗਰ ਮਹਾਰਾਜ ਏ। ਤੇ ਇਹ ਤੁਹਾਨੂੰ ਵਸੇਰਾ ਦਿੱਤਾ ਕਿੰਨੇ ਵੇ? 6ਵੇਂ ਪਾਤਸ਼ਾਹ ਸਾਹਿਬ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਦਿੱਤਾ ਹੈ। ਉਸ ਤੋਂ ਪਹਿਲਾਂ ਤੁਹਾਡਾ ਵਸੇਰਾ ਕੀ ਸੀ? ਕਿਤੇ ਵੀ ਨਹੀਂ ਸੀ। ਜਿਹੜੇ ਪਿੰਡ ਜਾਂਦੇ ਸੀ, ਸਾਈਂ ਆਪਣਾ ਕੰਮ ਕਰਾ ਕੇ ਤੇ ਤੋਰ ਦਿੰਦੇ ਸੀ। ਇਹੀ ਦੁੱਖ ਸੀ ਨਾ ਆਪਾਂ ਨੂੰ। ਇਸ ਦੁੱਖ ਦੇ ਮਾਰਿਆਂ ਨੇ ਧੰਨ ਗੁਰੂ ਮਹਾਰਾਜ ਜੀ ਦੇ ਅੱਗੇ ਆਣ ਕੇ ਢਿੱਡ ਖੜਕਾਇਆ ਸੀ ਨਾ। ਭੁੱਖਿਆਂ ਤੇ ਕੋਈ ਰਹਿਣ ਵੀ ਨਹੀਂ ਦਿੰਦਾ। ਜੇ ਇਕੱਲੇ ਭੁੱਖੇ ਹੁੰਦੇ ਤੇ ਸਰ ਜਾਣਾ ਸੀ, ਭੁੱਖੇ ਵੀ ਆ ਤੇ ਰਹਿਣ ਵੀ ਕੋਈ ਨਹੀਂ ਦਿੰਦਾ। ਬੜਾ ਵੱਡਾ ਦੁੱਖ ਹੋ ਜਾਂਦਾ ਹੈ। ਆਸਰਾ ਵੀ ਕੋਈ ਨਹੀਂ। ਇਸੇ ਤਰ੍ਹਾਂ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਸਾਡਾ ਆਸਰਾ ਕੋਈ ਨਹੀਂ, ਸਾਡਾ ਵਾਸਾ ਕਿਸੇ ਇੱਕ ਥਾਂ ਤੇ ਨਹੀਂ ਹੈਗਾ। ਸਾਡਾ ਵਸਣਾ ਕੋਈ ਵਸਣਾ ਹੈ। ਅੱਜ ਜੁੱਲੀਆਂ ਚੱਕ ਕੇ ਇੱਥੇ ਤੇ ਕੱਲ ਨੂੰ ਜੁੱਲੀਆਂ ਚੱਕ ਕੇ ਇੱਥੇ, ਤੇ ਹੁਣ ਗੁਰੂ ਜੀ ਸਾਨੂੰ ਦੱਸਣਾ ਕੀ ਚਾਹ। ਇਹ ਸਾਡੇ ਮਨ ਦੀ ਹਾਲਤ ਹੈ। ਸਾਡੇ ਮਨ ਦਾ ਵੀ ਗੁਰੂ ਚਰਨਾਂ ਦੇ ਵਿੱਚ ਵਾਸਾ ਨਹੀਂ, ਜਿੱਥੇ ਮੈਂ ਗੱਲ ਲੈ ਕੇ ਆਉਣੀ ਸੀ। ਸਾਡੇ ਮਨ ਦਾ ਜਿਹੜਾ ਵਸ ਹੈ ਨਾ, ਇਹ ਵੀ ਗੁਰੂ ਚਰਨਾਂ 'ਚ ਨਹੀਂ ਹੈਗਾ। ਅੱਜ ਅੰਮ੍ਰਿਤ ਵੇਲੇ ਗੁਰੂ ਘਰ ਆ ਗਏ ਆ, ਜਦੋਂ 11-12 ਵੱਜਣਗੇ ਨਾ, ਫਿਰ ਇਹ ਮਨ ਕਿਸੇ ਹੋਰ ਪਾਸੇ ਚਲਾ ਜਾਣਾ ਹੈ। ਖੜਦਾ ਨਹੀਂ ਨਾ, ਤਸੱਲੀ ਨਹੀਂ, ਭਰੋਸਾ ਨਹੀਂ, ਵਿਸ਼ਵਾਸ ਨਹੀਂ, ਦ੍ਰਿੜਤਾ ਹੀ ਨਹੀਂ। ਸ਼ਾਮ ਤੱਕ ਤਾਂ ਇਸ ਮਨ ਨੇ ਨਾ ਪਤਾ ਨਹੀਂ ਕਿੰਨੀਆਂ ਕੁ ਥਾਵਾਂ ਤੇ ਚਲੇ ਜਾਣਾ ਹੈ। ਇੱਕ ਥਾਂ ਤੇ ਨਹੀਂ ਵਸਦਾ। ਗੁਰੂ ਚਰਨਾਂ ਦੇ ਵਿੱਚ ਇਹਦਾ ਵਾਸਾ ਨਹੀਂ ਹੈਗਾ। ਕਮਨ ਬਸੇਰੋ ਦਾਸ ਦਾਸਨ ਕੋ। ਅਸੀਂ ਦਾਸਾਂ ਦੇ ਦਾਸਾਂ ਤੇ ਮਨ ਜਿਹੜਾ ਨਾ ਉਹ ਤੇਰੇ ਚਰਨਾਂ ਦੇ ਵਿੱਚ ਨਹੀਂ ਵਸਦਾ, ਜਿਸ ਕਰਕੇ ਕੋਈ ਵਾਸਾ ਨਹੀਂ ਹੋ ਰਿਹਾ। ਥਾਪ ਉਥਾਪਣ ਹਾਰ। ਹੈ ਮੇਰੇ ਸੱਚੇ ਸਤਿਗੁਰੂ ਜੀ, ਬਣਾਉਣ ਵਾਲਾ ਵੀ ਤੂੰ ਹੈ ਤੇ ਢਾਉਣ ਵਾਲਾ ਵੀ ਤੂੰ ਹੈ। ਭਾਵ ਮਨ ਦੇ ਵਿੱਚ ਜੋ ਤੇਰੇ ਨਾਮ ਦੀ ਥਾਪਨਾ ਹੋ ਜਾਂਦੀ ਹੈ ਨਾ, ਇਹ ਵੀ ਤੇਰੀ ਕਿਰਪਾ ਹੈ। ਤੇ ਜਦੋਂ ਮਨ ਦੇ ਵਿੱਚੋਂ ਕਈ ਵਾਰੀ ਉਖੇੜਾ ਹੋ ਜਾਂਦਾ ਨਾ, ਇਹ ਵੀ ਤੇਰੀ ਕਿਰਪਾ। ਤੂੰ ਕਰਨ ਵਾਲਾ ਹੈ, ਸਾਰਾ ਕੁਝ ਤੇਰੀ ਰਹਿਮਤ ਦੇ ਨਾਲ ਹੁੰਦਾ ਹੈ। ਨਾਮ ਨਾ ਵਿਸਰੇ ਤਬ ਜੀਵਨ ਪਾਈਏ। ਇਹ ਗੱਲ ਅਸੀਂ ਸੰਭਲ ਕੇ ਰੱਖੀਏ, ਇਹਨੂੰ ਸੰਭਾਲ ਕੇ ਰੱਖੀਏ ਕਿ ਤੇਰਾ ਨਾਮ ਹੈ ਨਾ ਜਿਹੜਾ, ਉਹ ਨਾ ਵਿਸਰੇ ਸਾਨੂੰ। ਤਬ ਜੀਵਨ ਪਾਈਏ, ਫਿਰ ਸਾਡਾ ਜਿਹੜਾ ਜੀਵਨ ਹੈ ਨਾ, ਇਹ ਜੀਵਨ ਪਦਵੀ ਵਾਲਾ ਹੋ ਜਾਏਗਾ। ਨਹੀਂ ਤਾਂ ਇਹ ਜੀਵਨ ਪਦਵੀ ਵਾਲਾ ਨਹੀਂ ਹੋਏਗਾ, ਇਹ ਜੀਵਨ ਸੰਵਰੇਗਾ ਨਹੀਂ।
ਨਾਮ ਨਾ ਵਿਸਰੇ ਤਬ ਜੀਵਨ ਪਾਈਏ। ਇਹ ਸੱਚੇ ਸਤਿਗੁਰ ਜੀ, ਜੇ ਤੇਰਾ ਨਾਮ ਨਾ ਵਿਸਰੇ ਤੇ ਫਿਰ ਸਾਡਾ ਜਿਹੜਾ ਜਿਉਣਾ ਹੈ ਨਾ ਇਹ ਸਫਲ ਹੈ, ਫਿਰ ਸਾਡਾ ਜੀਵਨ ਹੈ। ਬਿਨਤੀ ਨਾਨਕ ਇਹ ਸਾਰੇ, ਇਹ ਸੱਚੇ ਸਤਿਗੁਰ ਜੀ ਇਹ ਸਾਡੀ ਅਰਦਾਸ ਹੈ, ਇਹ ਸਾਡੀ ਬੇਨਤੀ ਹੈ ਤੇ ਤੂੰ ਕਿਰਪਾ ਕਰ, ਰਹਿਮਤ ਕਰ। ਇਹ ਸਾਡੀ ਅਰਦਾਸ ਨੂੰ ਸਾਰੇ ਦਾ ਅਰਥ ਸਾਰਨਾ ਕਰ। ਜਿਵੇਂ ਆਪਾਂ ਕਿਸੇ ਕੋਲ ਜਾ ਕੇ ਆਪਣੇ ਮਤਲਬ ਲਈ ਹੱਥ ਜੋੜਦੇ ਆ ਨਾ ਵੀ ਮੇਰਾ ਮਤਲਬ ਸਾਰ, ਪੂਰਾ ਕਰ, ਕੰਮ ਕੱਢ, ਉਵੇਂ ਗੁਰੂ ਜੀ ਕਹਿੰਦੇ ਨੇ ਇਹ ਸਾਰੇ ਇਹ ਤੈਨੂੰ ਸਾਰਨਾ ਪੈਣਾ। ਕਿਹੜਾ? ਨਾਮ ਸਾਡੇ ਅੰਦਰ ਵਸਦਾ ਰਵੇ। ਜੇ ਤੇਰਾ ਨਾਮ ਸਾਡੇ ਅੰਦਰ ਵਸੇਗਾ ਨਾ, ਸੰਭਲਿਆ ਸੱਚ ਥਾਨ, ਤੇ ਫਿਰ ਅਸੀਂ ਸੰਭਲ ਗਏ ਹਾਂ ਤੇ ਸੱਚੀ ਥਾਂ ਤੇ ਸਾਡਾ ਹੱਥ ਪੈ ਗਿਆ ਹੈ। ਸੱਚੀ ਥਾਂ ਹੈ ਪ੍ਰਭੂ ਪਰਮਾਤਮਾ ਦਾ ਨਾਮ ਤੇ ਹੱਥ ਪਾਉਣਾ ਹੈ, ਜਿਹੜਾ ਮਨ ਦੇ ਵਿੱਚ ਉਸ ਨਾਮ ਨੂੰ ਜਪਣਾ ਹੈ। ਫਿਰ ਅਸੀਂ ਅਧਿਆਤਮਿਕ ਦੀ ਦੁਨੀਆ ਦੇ ਵਿੱਚ ਚੱਲਦੇ ਹੋਏ ਚਿੱਕੜ ਦੇ ਵਿੱਚ ਨਹੀਂ ਜੀ ਡਿੱਗਦੇ। ਤੇ ਨਹੀਂ ਤਾਂ ਭਾਈ ਫਿਰ ਤਿਲਕਣਾ ਤਾਂ ਥਾਂ ਥਾਂ ਤੇ ਬਣੀਆਂ ਨੇ, ਤੇ ਤਿਲਕ ਤਾਂ ਕਿਤੇ ਨਾ ਕਿਤੇ ਪ੍ਰਾਣੀ ਜਾਂਦਾ ਹੀ ਹੈ। ਧੰਨ ਗੁਰਬਾਣੀ ਦੇ ਅੰਦਰ ਇਸ ਤਰ੍ਹਾਂ ਦੇ ਬੇਅੰਤ ਸ਼ਬਦ ਨੇ। ਇੱਕ ਸ਼ਬਦ ਹੋਰ ਹੈ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦਾ, ਉੱਥੇ ਵੀ ਗੁਰੂ ਮਹਾਰਾਜ ਜੀ ਸੰਭਲ ਦੀ ਗੱਲ ਹੀ ਕਰਦੇ ਨੇ। ਭੁਜਬਲ ਵੀਰ ਬ੍ਰਹਮ ਸੁਖ ਸਾਗਰ। ਪਹਿਲੀ ਤੁਕ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਦੀ ਵਡਿਆਈ ਕੀਤੀ। ਭੁਜਬਲ, ਭੁਜਬਲ ਕਹਿੰਦੇ ਨੇ ਜਿੰਦੀਆਂ ਬਾਹਾਂ ਦੇ ਵਿੱਚ ਬੜੀ ਤਾਕਤ ਹੋਵੇ, ਜਿੰਦੀਆਂ ਬਾਹਾਂ ਦੇ ਵਿੱਚ ਬੜੀ ਤਾਕਤ ਹੋਵੇ। ਕੋਈ ਖੱਟ ਪੂਜੀਏ, ਕੋਈ ਚਤਰ ਪੂਜੀਏ, ਕੋਈ ਅਸ਼ਟ ਪੂਜੀਏ, ਕੋਈ ਦੁਆਦਸ਼ ਪੂਜੀਏ। ਇਸ ਤਰ੍ਹਾਂ ਇਹ ਸਾਡੀਆਂ ਬਾਹਾਂ ਦੀ ਤਾਕਤ ਹੈ। ਇਹ ਵੀ ਥੋੜਾ ਜਿਹਾ ਮੈਂ ਸਮਝਾ ਦਿਆਂ ਕਿਉਂਕਿ ਮੈਂ ਵਿਦਾਂਤ 'ਚ ਬੋਲ ਗਿਆ। ਵਿਦਾਂਤ ਦੇ ਵਿੱਚ ਇਸ ਤਰ੍ਹਾਂ ਹੀ ਬੋਲਿਆ ਜਾਂਦਾ ਹੈ। ਚਤਰਭੁਜ ਉਹਨੂੰ ਆਖਿਆ ਜਾਂਦਾ ਜਿਹੜਾ ਵਿਆਹਿਆ ਹੋਇਆ ਹੈ, ਤੇ ਖੱਟਭੁਜ ਵਿਦਾਂਤ ਵਿੱਚ ਉਹਨੂੰ ਕਹਿੰਦੇ ਨੇ ਜਿੰਦੀ ਅੱਗੇ ਸੰਤਾਨ ਇੱਕ ਹੋ ਗਈ ਹੈ, ਭਾਵੇਂ ਉਹ ਧੀ ਹੈ ਭਾਵੇਂ ਪੁੱਤਰ ਹੈ, ਉਹ ਹੁਣ ਖੱਟਭੁਜੀ ਹੋ ਗਏ ਹੈ। ਅਸ਼ਟਭੁਜੀ ਉਦੋਂ ਹੋ ਗਿਆ ਜਦੋਂ 2 ਬੱਚੇ ਹੋ ਗਏ ਨੇ, ਤੇ ਦੁਆਦਸ਼ ਭੁਜੀ ਉਦੋਂ ਹੋ ਗਿਆ ਜਦੋਂ ਅੱਗੇ ਨੂੰਹ ਤੇ ਪੋਤਰੇ ਪੋਤਰਿਆਂ ਵਾਲ ਹੋ ਗਏ। ਇਹ ਭੁਜ ਬਲ ਹੈ, ਇਹ ਸਾਡੀਆਂ ਬਾਹਾਂ ਦਾ ਬਲ ਹੈ, ਇਹਨੂੰ ਬਾਹਾਂ ਦਾ ਬਲ ਮੰਨਿਆ। ਉਵੇਂ ਆਹ ਤਾਕਤ ਨਹੀਂ ਹੈਗੀ ਜਿਹੜੀ ਸਾਡੇ ਸਰੀਰ ਦੇ ਵਿੱਚ। ਇਹ ਬਾਹੂ ਬਲ ਹੈ ਨਾ ਜਿਹੜਾ ਵਿਦਾਂਤ ਦੇ ਵਿੱਚ। ਇੱਥੇ ਗੁਰੂ ਮਹਾਰਾਜ ਜੀ ਨੇ ਵਿਦਾਂਤ ਦੀ ਗੱਲ ਕੀਤੀ ਤਾਂ ਮੈਂ ਇਸ ਪਾਸੇ ਹੈ। ਵੈਸੇ ਮੈਂ ਵਿਦਾਂਤ ਤੋਂ ਦੂਰ ਹੀ ਰਹਿਣਾ, ਵਿਦਾਂਤੀ ਜ਼ਰੂਰ ਆ, ਪੜ੍ਹੇ ਜ਼ਰੂਰ ਨੇ, ਪਰ ਮੈਂ ਇਹਨੂੰ ਸੰਕੋਚ ਕੇ ਰੱਖਦਾ ਕਿਉਂਕਿ ਇਹਨੂੰ ਸਮਝਣਾ ਬੜਾ ਔਖਾ ਹੈ। ਹੁਣ ਗੁਰੂ ਜੀ ਰਹਿਮਤ ਕਰਦੇ ਨੇ, ਭੁਜ ਬਲ ਵੀਰ ਬ੍ਰਹਮ ਸੁਖ ਸਾਗਰ। ਤੇਰੀਆਂ ਬਾਹਾਂ ਬੜੀਆਂ ਨੇ, ਤੇਰੀਆਂ ਤੂੰ ਬਾਹੂ ਬਲੀ ਹੈ, ਤੇਰੀਆਂ ਬਾਹਾਂ ਜਿਹੜੀਆਂ ਨੇ ਨਾ ਉਹਨਾਂ ਦਾ ਬਲ ਬੜਾ ਹੈ। ਹੁਣ ਸਾਡੇ 4 ਭਰਾ ਨੇ ਤੇ ਸਾਡੀਆਂ ਕਿੰਨੀਆਂ 8 ਬਾਹਾਂ ਹੋ ਗਈਆਂ। ਸਾਡੇ ਕੋਲ 8 ਬਾਹਾਂ ਜਿੰਨੀ ਤਾਕਤ ਹੋ ਗਈ ਹੈ। ਸਾਡੇ ਕੋਲੇ 8 ਬਾਹਾਂ ਜਿੰਨੀ ਤਾਕਤ ਹੋ ਗਈ। ਜੇ ਕੋਈ ਇਕੱਲਾ ਤੇ ਉਹਦੇ ਕੋਲ 2 ਬਾਹਾਂ ਨੇ, ਉਹਨੂੰ ਜਦੋਂ 4 ਜਣੇ ਪੈ ਜਾਣਗੇ ਤੇ ਇਕੱਲਾ ਵਿਚਾਰਾ ਕੀ ਕਰ ਲਏਗਾ। ਹੁਣ ਧੰਨ ਗੁਰੂ ਜੀ ਰਹਿਮਤ ਕਰਦੇ ਆ, ਭੁਜ ਬਲ, ਹੇ ਸੱਚੇ ਸਤਿਗੁਰ ਜੀ ਤੇਰੀਆਂ ਬਾਹਾਂ ਦਾ ਬਲ ਬੜਾ ਹੈ। ਪਤਾ ਨਹੀਂ ਤੂੰ ਕਿਹੜੀ ਬਾਹ ਦੇ ਨਾਲ ਕਿਹੜੀ ਕਿਰਪਾ ਕਰ ਦੇਣੀ ਹੈ। ਜਿਹੜਾ ਉਹ ਵਾਹਿਗੁਰੂ ਸਾਨੂੰ ਸੁੱਖ ਦਿੰਦਾ ਹੈ ਵੀ ਉਹਦੀ ਬਾਹ ਹੈ। ਸੁੱਖ ਦੇ ਨਾਲ ਜਿਹੜਾ ਉਹ ਪਰਮਾਤਮਾ ਸਾਨੂੰ ਨਾਮ ਦਿੰਦਾ ਹੈ, ਸਭ ਤੋਂ ਵੱਡੀ ਉਹਦੀ ਦਾਤ ਇਹ ਵੀ ਬਾਹ ਹੈ। ਜਿਹੜਾ ਕਿਸੇ ਨੂੰ ਪ੍ਰੇਰਦਾ ਵੀ ਤੂੰ ਇਹਦੀ ਜਾ ਕੇ ਮਦਦ ਕਰ, ਇਹ ਵੀ ਉਹਦੀ ਬਾਹ ਹੈ। ਤੇ ਜਿਹੜਾ ਕਿਸੇ ਨੂੰ ਪ੍ਰੇਰਦਾ ਨਾ ਵੀ ਤੂੰ ਇਹਨੂੰ ਸੁਖੀ ਨਹੀਂ ਰਹਿਣ ਦੇਣਾ, ਇਹ ਵੀ ਉਹਦੀ ਬਾਹ ਹੈ। ਇਹ ਭੇ ਦਾਤ ਤੇਰੀ ਦਾਤਾਰ, ਦੁੱਖ ਭੂਖ ਸਦ ਮਾਰ। ਮਹਾਰਾਜ ਨੇ ਪਹਿਲੀ ਤੁਕ ਦੇ ਵਿੱਚ ਲਿਖਿਆ ਦੁੱਖ ਭੂਖ ਸਦ ਮਾਰ। ਕਈਆਂ ਨੂੰ ਸਦਾ ਹੀ ਮਾਰ ਪੈਂਦੀ ਰਹਿੰਦੀ, ਕਾਹਦੀ? ਦੁੱਖ ਦੀ, ਕੋਈ ਨਾ ਕੋਈ ਦੁੱਖ ਬਣਿਆ ਰਹਿੰਦਾ। ਭੂਖ, ਕਈਆਂ ਨੂੰ ਭੁੱਖ ਪਈ ਰਹਿੰਦੀ ਹੈ, ਕੰਗਾਲ ਹੋਏ ਰਹਿੰਦੇ ਨੇ ਵਿਚਾਰੇ। ਦੁੱਖ ਭੂਖ ਸਦ ਮਾਰ, ਤੇ ਇਹ ਸਾਰੀ ਉਮਰ ਹੀ ਇਸ ਤਰ੍ਹਾਂ ਇਸ ਮਾਰ ਦੇ ਥੱਲੇ ਆਏ ਹੋਏ ਕੱਟ ਜਾਂਦੇ ਨੇ। ਇਹ ਭੇ ਦਾਤ ਤੇਰੀ ਦਾਤਾਰ, ਇਹ ਵੀ ਤੇਰੀ ਦਾਤ ਹੈ। ਯਾਨੀ ਇਹ ਵੀ ਤੇਰੀ ਇੱਕ ਬਾਹ ਹੈ ਜਿਹਨੂੰ ਤੂੰ ਇਸ ਬਾਹ ਨਾਲ ਫੜਦਾ ਹੈ, ਫਿਰ ਉਹ ਇਸੇ ਤਰ੍ਹਾਂ ਤੁਰਿਆ ਜਾਂਦਾ। ਤੁਰਿਆ ਉਹ ਵੀ ਜਾਂਦਾ, ਜੀਵਨ ਉਹਦਾ ਨਹੀਂ ਖੜਦਾ, ਜੀਵਨ ਉਹ ਵੀ ਜਿਉਂਦਾ ਹੈ। ਅੱਗੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਭੁਜ ਬਲ ਵੀਰ। ਵੀਰ ਦਾ ਅਰਥ ਹੁੰਦਾ ਬਲੀ, ਬਲਵਾਨ। ਇਹ ਹੁਣ ਬਾਹਾਂ ਦਾ ਬਲ ਆ ਗਿਆ, ਸਾਡੀਆਂ ਆਪਣੀ ਸਰੀਰ ਦੀ ਤਾਕਤ ਆ ਗਈ। ਵੀਰ ਉਹਨੂੰ ਕਹਿੰਦੇ ਨੇ ਜਿਹੜਾ ਸਰੀਰ ਕਰਕੇ ਤਾਕਤਵਰ ਹੋਵੇ। ਹੁਣ ਕਈ ਇਸ ਤਰ੍ਹਾਂ ਦੇ ਤਾਕਤਵਰ ਨੇ, ਕੱਲਾ ਜਾਣਾ 10-10 ਜਾਣਿਆਂ ਨੂੰ ਦੁਆਲ ਨਹੀਂ ਹੈਗਾ। ਹੇ ਵਾਹਿਗੁਰੂ ਤੇਰੀ ਇਹ ਵੀ ਵੱਡੀ ਤਾਕਤ ਹੈ। ਭੁਜ ਬਲ, ਤੇਰੇ ਕੋਲ ਬਾਹੂ ਬਲ ਵੀ ਬੜਾ ਹੈ, ਬਾਹਾਂ ਦਾ ਬਲ ਵੀ ਬੜਾ ਹੈ, ਤੇਰੇ ਹੱਥ ਵੀ ਬੜੇ ਨੇ, ਬਾਹਾਂ ਵੀ ਬੜੀਆਂ ਨੇ, ਤੇ ਤੇਰੀ ਜਿਹੜੀ ਬਾਹਾਂ ਹੈ ਨਾ ਉਹਨਾਂ 'ਚ ਤਾਕਤ ਵੀ ਬੜੀ, ਬਲਵਾਨ ਬੜਾ ਹੈ, ਤੂੰ ਵੀਰ ਹੈ। ਬ੍ਰਹਮ ਦਾ ਅਰਥ ਹੈ ਗਿਆਨਵਾਨ। ਜਿਹਨੂੰ ਸਾਰਾ ਗਿਆਨ ਹੁੰਦਾ ਹੋਵੇ ਉਹਨੂੰ ਬ੍ਰਹਮ ਆਖਿਆ ਜਾਂਦਾ ਹੈ। ਬ੍ਰਹਮ ਦਾ ਅਰਥ ਜਿਹੜਾ ਹੈ ਨਾ ਇਹ ਹੁੰਦਾ ਗੋਲ।
ਜੇ ਬ੍ਰਹਮ ਦਾ ਆਪਾਂ ਅੱਖਰੀ ਅਰਥ ਕਰੀਏ ਨਾ, ਬ੍ਰਹਮ ਗੋਲ ਨੂੰ ਆਖਦੇ ਨੇ। ਕਦੇ ਭਾਈ ਕਾਹਨ ਸਿੰਘ ਨਾਭੇ ਵਾਲੇ ਦਾ ਮਹਾਨਕੋਸ਼ ਪੜ੍ਹ ਕੇ ਵੇਖੋ, ਉੱਥੇ ਬ੍ਰਹਮ ਦਾ ਅਰਥ ਲਿਖਿਆ ਹੋਏਗਾ ਗੋਲ। ਤੇ ਉਹ ਪਰਮਾਤਮਾ ਜਿਹੜਾ ਹੈ ਨਾ, ਉਹਨੂੰ ਬ੍ਰਹਮ ਤਾਂ ਆਖਿਆ ਜਾਂਦਾ ਕਿਉਂਕਿ ਉਹ ਗਲਾਈ ਦੇ ਵਿੱਚ ਇੱਕ ਥਾਂ ਤੇ ਨਹੀਂ ਖੜਦਾ। ਜਿਹੜੀ ਚੌਰਸ ਚੀਜ਼ ਹੋਵੇ ਨਾ, ਉਹ ਰੁੜਦੀ ਨਹੀਂ, ਉਹ ਇੱਕ ਥਾਂ ਤੇ ਨੁੱਕਰ ਜਦੋਂ ਅੜ ਜਾਂਦੀ ਤੇ ਖੜ ਜਾਂਦੀ ਏ। ਤੇ ਜਿਹੜਾ ਗੋਲ ਹੋਵੇ ਉਹ ਚਾਰੇ ਪਾਸੇ ਤੁਰਿਆ ਫਿਰਦਾ, ਘੁੰਮਦਾ ਫਿਰਦਾ, ਗੇਂਦ ਦੀ ਤਰ੍ਹਾਂ। ਗੇਂਦ ਉਹਨੂੰ ਗੋਲ ਹੈ ਤੇ ਚਾਰੇ ਪਾਸੇ ਘੁੰਮ ਜਾਂਦੀ, ਜਿੱਧਰ ਮਰਜ਼ੀ ਘੁਮਾ ਲਓ। ਤੇ ਇਹਦੇ ਤੋਂ ਫਿਰ ਬ੍ਰਹਮ ਗਿਆਨ, ਉਸ ਪ੍ਰਭੂ ਨੂੰ ਬ੍ਰਹਮ ਕਿਉਂ ਆਖਦੇ ਨੇ? ਚਾਰੇ ਪਾਸੇ ਘੁੰਮ ਜਾਂਦਾ ਹੈ, ਜਿੱਧਰ ਮਰਜ਼ੀ ਇਹਨੂੰ ਘੁਮਾ ਲਓ, ਜਿੱਧਰ ਮਰਜ਼ੀ ਵੇਖ ਲਓ ਉਧਰ ਘੁੰਮੇ ਹੀ ਫਿਰਦਾ ਹੈ, ਤਾਂ ਕਰਕੇ ਉਹਨੂੰ ਬ੍ਰਹਮ ਆਖਦੇ ਨੇ। ਵੈਸੇ ਬ੍ਰਹਮ ਦਾ ਅਰਥ ਗੋਲ ਹੈ। ਭੁਜਬਲ ਵੀਰ ਬ੍ਰਹਮ, ਹੇ ਵਾਹਿਗੁਰੂ ਤੂੰ ਬ੍ਰਹਮ ਗਿਆਨ ਵਾਲਾ ਹੈ, ਭਾਵ ਤੈਨੂੰ ਸਾਰੀਆਂ ਚੀਜ਼ਾਂ ਦਾ ਗਿਆਨ। ਹੁਣ ਇੱਥੇ ਅਰਥ ਕਰਨਾ ਹੈ, ਤੂੰ ਬਾਹਾਂ ਵਾਲਾ ਵੀ ਬੜਾ ਹੈ, ਵੀਰ ਬਲਵਾਨ ਯੋਧਾ ਵੀ ਬੜਾ ਹੈ, ਤੇਰੀਆਂ ਬਾਜੂ ਦੇ ਵਿੱਚ ਬਲ ਵੀ ਬੜਾ ਹੈ, ਤੇ ਤੂੰ ਚਾਰੇ ਪਾਸੇ ਦਾ ਜਿਹੜਾ ਗਿਆਨ ਹੈ ਨਾ ਉਹ ਵੀ ਜਾਣਦਾ ਹੈ। ਤੇਰੇ ਕੋਲ ਕੋਈ ਵੀ ਗਿਆਨ ਭੁੱਲਿਆ ਨਹੀਂ। ਸੁਖ ਸਾਗਰ ਤੇ ਸੁਖਾਂ ਦਾ ਸਾਗਰ ਹੈ। ਤੇ ਹੁਣ ਤੂੰ ਕਰਨਾ ਕੀ ਹੈ? ਉਹ ਅੱਗੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਗਰਤ ਪਰਤ ਗਹਿ ਲਿਹੋ ਅੰਗੁਰੀਆ। ਗਰਤ, ਗਰਤ ਕਹਿੰਦੇ ਨੇ ਗਾਰੇ ਨੂੰ, ਗਰਤ ਕਹਿੰਦੇ ਨੇ ਗਰਕ ਜਾਣ ਵਾਲੀ ਠੀਕ ਜਗ੍ਹਾ ਨੂੰ, ਦਲਦਲ ਨੂੰ। ਗਰਕ ਕਹਿੰਦੇ ਨੇ ਖਾਤੇ ਨੂੰ, ਟੋਏ ਨੂੰ। ਗਰਤ ਭਰਤ, ਮੈਂ ਗਰਕ ਰਿਹਾ ਹਾਂ, ਮੈਂ ਡਿੱਗ ਰਿਹਾ ਹਾਂ। ਕਿੱਥੇ? ਵਕਾਰਾਂ ਦੇ ਟੋਏ ਦੇ ਵਿੱਚ, ਵਕਾਰਾਂ ਦੀ ਦਲਦਲ ਦੇ ਵਿੱਚ, ਵਕਾਰਾਂ ਦੇ ਚਿੱਕੜ ਦੇ ਵਿੱਚ। ਗਰਤ ਭਰਤ ਗਹਿ ਲਿਹੋ ਅੰਗੁਰੀਆ। ਜੇ ਅੰਗੂਰੀ ਹੋਵੇ ਨਾ, ਉਹਦਾ ਅਰਥ ਬਣਦਾ ਉਂਗਲ, ਤੇ ਜਦੋਂ ਅੰਗੁਰੀਆ ਆ ਜਾਏ ਫਿਰ ਇਹਦਾ ਅਰਥ ਬਣਦਾ ਪੰਜਾ, ਕਿਉਂਕਿ ਉਂਗਲ ਦਾ ਬਹੁਵਚਨ ਉਂਗਲਾਂ ਹੋ ਗਈਆਂ। ਮੇਰੀਆਂ ਉਂਗਲਾਂ ਫੜ ਲਾ, ਜਾਂ ਆਪਾਂ ਕਹਿ ਦਈਏ ਮੇਰਾ ਪੰਜਾ ਫੜ ਲਾ, ਇੱਕੋ ਗੱਲ ਹੈ। ਪੰਜੇ ਤੋਂ 5 ਉਂਗਲਾਂ ਹੋ ਗਈਆਂ, ਤੇ ਉਂਗਲਾਂ ਫੜ ਲਾ ਆਪਾਂ ਗਿਣ ਕੇ ਨਹੀਂ ਦੱਸੀਆਂ, ਭਾਵੇਂ 2 ਫੜ ਲਾ, ਭਾਵੇਂ 4 ਫੜ ਲਾ, ਫਿਰ ਇਹਦਾ ਅਰਥ ਪੰਜਾ ਕਰ ਲੈਂਦੇ ਨੇ। ਇਹਦਾ ਅਰਥ ਹੱਥ ਵੀ ਕਰ ਲੈਂਦੇ ਨੇ। ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਗਰਤ ਭਰਤ ਗਹਿ ਲਿਹੋ ਅੰਗੁਰੀਆ, ਮੈਂ ਗਰਕ ਰਿਹਾ ਵਾਂ। ਕਿੱਥੇ ਗਰਕ ਰਿਹਾ ਵਾਂ? ਵਕਾਰਾਂ ਦੇ ਬੁਰਾਈਆਂ ਦੇ ਟੋਏ ਦੇ ਵਿੱਚ, ਦਲਦਲ ਦੇ ਵਿੱਚ। ਤੂੰ ਕਿਰਪਾ ਕਰ, ਮੇਰਾ ਪੰਜਾ ਫੜ ਲਾ, ਮੇਰੀਆਂ ਉਂਗਲਾਂ ਫੜ ਲਾ, ਮੇਰਾ ਹੱਥ ਫੜ ਲਾ। ਤੇ ਹੈ ਮੈਂ ਕਿਵੇਂ ਦਾ ਵਾਂ? ਸ਼ਰਵਣ ਨਾ ਸੁਰਤ। ਸੁਰਤ ਦਾ ਅਰਥ ਹੁੰਦਾ ਸੋਝੀ, ਤੇ ਸ਼ਰਵਣ ਦਾ ਅਰਥ ਹੁੰਦਾ ਕੰਨ। ਕੰਨਾਂ ਨੂੰ ਸੋਝੀ ਕੋਈ ਨਹੀਂ। ਕੰਨਾਂ ਨੂੰ ਕਾਹਦੀ ਨਹੀਂ ਸੋਝੀ? ਹੁਣ ਬੱਚਾ ਹੈ, ਬੱਚੇ ਨੂੰ ਮਾਂ ਮਗਰੋਂ ਆਵਾਜ਼ ਮਾਰਦੀ, ਪੁੱਤਰ ਪੁੱਠਾ ਮੁੜਿਓ, ਉੱਧਰ ਨਾ ਜਾਈ, ਅੱਗੇ ਕੁੱਤੇ ਨਹੀਂ ਬੜੇ। ਉਹ ਮਾਂ ਨੂੰ ਕੁੱਤੇ ਕਿਉਂ ਆਖਣੇ ਪੈਂਦੇ ਨੇ? ਕੁੱਤੇ ਨਹੀਂ ਵੀ ਹੈਗੇ, ਫਿਰ ਵੀ ਮਾਂ ਨੂੰ ਬੱਚੇ ਦੇ ਲਈ ਝੂਠ ਬੋਲਣਾ ਪੈਂਦਾ ਵੀ ਅੱਗੇ ਕੁੱਤੇ ਨੇ। ਕਿਉਂ? ਬੱਚੇ ਦੇ ਕੰਨਾਂ ਤੇ ਦੂਜੀ ਗੱਲ ਨੇ ਅਸਰ ਹੀ ਨਹੀਂ ਕਰਨਾ, ਕਿਉਂਕਿ ਉਹਨੂੰ ਸੁਰਤ ਹੀ ਨਹੀਂ ਹੈਗੀ ਵੀ ਮੇਰੀ ਮਾਂ ਨੇ ਮੈਨੂੰ ਆਵਾਜ਼ ਮਾਰੀ ਤੇ ਚੰਗੇ ਲਈ ਮਾਰੀ। ਜੇ ਤਾਂ ਸਿਆਣਾ ਹੋਵੇ ਨਾ, ਤੇ ਫਿਰ ਮਾਂ ਨੂੰ ਝੂਠ ਨਹੀਂ ਬੋਲਣਾ ਪੈਂਦਾ। ਦਾਸ ਨੇ ਪਹਿਲੋਂ ਕਹਿ ਦਿੱਤਾ ਨਾ, ਧੰਨ ਗੁਰਬਾਣੀ ਹੈ ਨਾ ਜਿਹੜੀ, ਇੱਕ ਫਲ ਹੈ। ਜਿਹਨੂੰ ਫਲ ਖਾਣਾ ਹੁੰਦਾ ਨਾ, ਉਹ ਤਾਂ ਭਾਈ ਫਲ ਦਾ ਫਿਰ ਆਨੰਦ ਲੈ ਲੈਂਦਾ। ਜਿਹਨੂੰ ਫਲ ਨਹੀਂ ਖਾਣਾ ਆਉਂਦਾ, ਉਹਨੂੰ ਆਨੰਦ ਨਹੀਂ ਹੁੰਦਾ। ਕਿਸੇ ਨੂੰ ਬਦਾਮ ਫੜਾ ਦਿਓ ਤੇ ਆਖੇਗਾ ਪਤਾ ਨਹੀਂ ਕੀ ਲੱਕੜ ਜੀ ਫੜਾ ਦਿੱਤੀ ਹੈ, ਜਿਹਨੇ ਕਦੀ ਵੇਖੀ ਹੀ ਨਹੀਂ। ਤੇ ਕਿਸੇ ਸੂਝਵਾਨ ਨੂੰ ਫੜਾਓ ਤੇ ਉਹ ਆਖੇਗਾ ਇਹ ਬਦਾਮ, ਇਹਨੂੰ ਤੋੜ ਕੇ ਵਿੱਚੋਂ ਗਰੀ ਕੱਢ ਕੇ ਖਾਧੀ ਜਾਂਦੀ ਹੈ। ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਇੱਕ ਫਲ ਹੁੰਦਾ, ਉਹਨੂੰ ਮੈਂਗਲੋ ਕਹਿੰਦੇ ਨੇ। ਤੇ ਉਹਦੀ ਬਣਤਰ ਹੈ ਜਿਹੜੀ ਸਾਡੇ ਭਾਰਤ ਦੇ ਬੈਂਗਣ ਵਰਗੀ, ਛੋਟਾ ਜਿਹਾ ਨਿੱਕਾ ਜਿਹਾ ਬੈਂਗਣ ਹੁੰਦਾ, ਉਹਨੂੰ ਬੈਂਗਣੀ ਕਹਿ ਦਿੰਦੇ ਨੇ। ਗੋਲ ਜਿਹਾ ਨਿੱਕਾ ਜਿਹਾ ਬੈਂਗਣ ਹੁੰਦਾ ਹੈ, ਰੰਗ ਵੀ ਉਹਦੇ ਵਰਗਾ ਹੈ ਤੇ ਸ਼ਕਲ ਵੀ ਉਹਦੇ ਵਰਗੀ ਹੈ, ਪਰ ਉਹ ਮੈਂਗਲੋ ਹੈ ਤੇ ਇਹ ਬੈਂਗਣ ਹੈ। ਇਹਦੀ ਸਬਜ਼ੀ ਬਣਦੀ ਹੈ ਤੇ ਉਹਨੂੰ ਕੀ ਕੀਤਾ ਜਾਂਦਾ, ਉੱਪਰੋਂ ਮੋਟੀ ਛਿੱਲੜ ਲਾ ਕੇ ਤੇ ਵਿੱਚੋਂ ਜਿਹੜੀ ਇਹਨਾਂ ਗਿੜਕ ਉਹ ਖਾਧੀ ਜਾਂਦੀ ਹੈ। ਤੇ ਸਭ ਤੋਂ ਦੁਨੀਆ ਦਾ ਸਵਾਦਿਸ਼ਟ ਫਲ ਉਹਨੂੰ ਮੰਨਿਆ ਗਿਆ ਹੈ। ਹੁਣ ਕਿਸੇ ਨੂੰ ਮੈਂਗਲੋ ਲਿਆ ਕੇ ਦੇ ਦਿਓ, ਬੜਾ ਮਹਿੰਗਾ ਹੈ। ਜਿਵੇਂ ਕੀਵੀ ਬੜੀਆਂ ਮਹਿੰਗੀਆਂ ਨੇ, ਬਾਹਰ ਦਾ ਫਲ ਸਾਡਾ ਨਹੀਂ ਹੈਗਾ, ਉਵੇਂ ਮੈਂਗਲੋ ਫਲ ਵੀ ਬੜਾ ਮਹਿੰਗਾ। ਕਿਸੇ ਨੂੰ ਲਿਆ ਕੇ ਦੇ ਦਿਓ, ਜਿਹੜਾ ਨਹੀਂ ਜਾਣਦਾ ਉਹ ਚੀਰਨ ਬਹਿ ਜਾਏਗਾ ਮੈਂ ਸਬਜ਼ੀ ਬਣਾਵਾਂ ਇਹਦੀ। ਹੁਣ ਖਾਣ ਵਾਲਾ ਇਹ ਫਲ ਹੈ ਤੇ ਬਣਾਉਣ ਲੱਗ ਜਾਵੇ ਸਬਜ਼ੀ, ਤੇ ਫਿਰ ਗੱਲ ਨਹੀਂ ਨਾ ਬਣਨੀ। ਉਸੇ ਤਰ੍ਹਾਂ ਧੰਨ ਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ, ਇਹਨੂੰ ਡੂੰਘਾਈ ਦੇ ਨਾਲ ਸਮਝਣਾ ਪੈਂਦਾ ਹੈ। ਫਿਰ ਗੁਰੂ ਦੀ ਕਿਰਪਾ ਹੁੰਦੀ ਹੈ। ਸੁਰਤ ਨਾ ਸਰਵਣ ਨਾ ਸੁਰਤ। ਹੁਣ ਬੱਚਾ ਜਾ ਰਿਹਾ ਤੇ ਮਾਂ ਉਹਨੂੰ ਕਹਿੰਦੇ ਨਾ ਪੁੱਠਾ ਮੁੜਿਆ, ਅੱਗੇ ਨਹੀਂ ਜਾਣਾ, ਤੇ ਬੱਚਾ ਕਦੀ ਨਹੀਂ ਮੁੜੇਗਾ, ਮੈਂ ਉੱਥੇ ਤੱਕ ਜਾਵਾਂ। ਤੇ ਜੇ ਮਾਂ ਕਹਿ ਦੇ ਨਾ ਵੀ ਅੱਗੇ ਕੁੱਤੇ ਨੇ, ਤੇ ਉਹ ਫਿਰ ਡਰਦਾ ਹੋਇਆ ਮੁੜ ਕੇ ਆ ਜਾਏਗਾ। ਹੁਣ ਇਹਨੂੰ ਗੁਰਬਾਣੀ ਦੇ ਅੰਦਰ ਸਾਨੂੰ ਦੱਸਿਆ ਕਿਵੇਂ, ਸਭ ਸਵਰਨ ਸੁਰਤ। ਸਾਡੇ ਕੰਨ ਹੈਗੇ ਨੇ,
श्रवण ये हैगे ने ना सुरत, पर ये कन्ना नूं सोझी कोई नहीं भी मैनू मेरा गुरु आ की रहा है। ਕੰਨ ਤਾਂ ਵੇਖੋ ਆਪਣੇ ਸਾਰੇ ਦਿਨ। ਹੁਣ ਗੁਰਬਾਣੀ ਦੇ ਕਿਧਰ ਇੱਕ ਹੋਰ ਵੀ ਸ਼ਬਦ ਹੁੰਦਾ, ਮੈਂ ਉਹ ਵੀ ਨੁਕਤਾ ਪੇਸ਼ ਕਰਦੇ ਆ, ਮਾਇਆ ਧਾਰੀ ਅਤ ਅੰਨਾ ਬੋਲਾ। ਤੇ ਤੁਸੀਂ ਵੇਖਿਆ ਬੜਾ ਅਮੀਰ ਬੰਦਾ ਹੋਵੇ ਤੇ ਉਹਦੀਆਂ ਅੱਖਾਂ ਵੀ ਨਾ ਹੋਣ ਤੇ ਕੰਨ ਵੀ ਨਾ ਹੋਣ, ਕਦੀ ਨਹੀਂ ਹੋ ਸਕਦਾ। ਤੇ ਫਿਰ ਗੁਰੂ ਜੀ ਕਹਿ ਕੀ ਰਹੇ ਨੇ, ਅੰਨਾ। ਇਹ ਅੰਨਾ ਕਿਉਂ ਹੈ? ਇਹਨੂੰ ਜ਼ੁਲਮ ਨਹੀਂ ਦਿਸਦਾ, ਇਹਨੂੰ ਕਿਸੇ ਦੀ ਗਰੀਬੀ ਨਹੀਂ ਦਿਸਦੀ ਤਾਂ ਅੰਨਾ ਹੈ। ਇਹ ਕੋਈ ਤੰਗ ਹੋ ਰਿਹਾ ਉਹ ਨਹੀਂ ਦਿਸਦਾ। ਤੇ ਬੋਲਾ ਕਿਉਂ ਹੈ? ਇਹਨੂੰ ਕਿਸੇ ਗਰੀਬ ਦੀਆਂ ਨਾ ਚਿੰਗਿਆੜਾ ਨਹੀਂ ਸੁਣ ਰਹੀਆਂ, ਇਹਨੂੰ ਕਿਸੇ ਗਰੀਬ ਦੀ ਬਦਦੁਆ ਨਹੀਂ ਸੁਣ ਰਹੀ, ਇਹਨੂੰ ਕਿਸੇ ਗਰੀਬ ਦੀ ਹਾਲ ਪਾਰੇ ਜਿਹੜੀ ਉਹ ਨਹੀਂ ਸੁਣ ਰਹੀ। ਤਾਂ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਮਾਇਆ ਧਾਰੀ ਅਤ ਅੰਨਾ ਬੋਲਾ। ਤਾਂ ਅੱਤ ਕਰਕੇ ਅੰਨਾ ਤੇ ਬੋਲਾ ਜੇ। ਇੱਥੇ ਨਾ ਰੋਣ ਦਾ ਫਾਇਦਾ ਹੈ ਨਾ ਕੂਕਣ ਦਾ ਫਾਇਦਾ, ਕਿਉਂਕਿ ਇਹਨੂੰ ਤੁਹਾਡੀ ਨਾ ਕੋਈ ਦੁੱਖ ਦਿਸਦਾ ਤੇ ਨਾ ਗੱਲ ਇਹਨੇ ਸੁਣਨੀ ਹੈ। ਉਵੇਂ ਜਿਵੇਂ ਗੁਰੂ ਮਹਾਰਾਜ ਜੀ ਇੱਥੇ ਦੱਸਦੇ ਨੇ, ਸ਼ਰਵਣ ਨਾ ਸੁਰਤ, ਕੰਨ ਹੈਗੇ ਨੇ ਨਾ ਸੁਰਤ, ਪਰ ਸੋਝੀ ਨਹੀਂ, ਅਕਲ ਨਹੀਂ। ਜੇ ਸੋਝੀ ਹੋਵੇ ਤੇ ਮਾਂ ਦੀ ਇੱਕ ਆਵਾਜ਼ ਕਹਿਣ ਨਾਲ ਹੀ ਬੱਚਾ ਪੁੱਠਾ ਮੁੜਾਵੇ, ਸਿਆਣਾ ਹੋਵੇ। ਹੁਣ ਸੋਝੀ ਨਹੀਂ ਹੈਗੀ, ਸੋਝੀ ਨਹੀਂ ਹੈਗੀ। ਅੱਗੇ ਗੁਰੂ ਜੀ ਕਹਿੰਦੇ, ਨੈਣ ਸੁੰਦਰ ਨਹੀਂ, ਅੱਖਾਂ ਬੜੀਆਂ ਸੋਹਣੀਆਂ ਨੇ। ਨੈਣ ਸੁੰਦਰ, ਅੱਖਾਂ ਬੜੀਆਂ ਸੋਹਣੀਆਂ ਨੇ, ਹੋ ਸਕਦੀਆਂ ਨੇ ਆਪਣੀਆਂ ਨਿਗਾਹ ਵੀ ਬੜੀ ਤੇਜ਼ ਹੋਵੇ ਤੇ ਡੇਲੇ ਵੀ ਬੜੇ ਮੋਟੇ ਮੋਟੇ ਹੋਣ। ਸੁਰਤ ਨੈਣ ਸੁੰਦਰ ਨਹੀਂ, ਪਰ ਉਹ ਨਹੀਂ ਦੇ ਬਰਾਬਰ ਜੇ। ਅੱਖਾਂ ਹੈਗੀਆਂ ਨੇ ਬੜੀਆਂ ਸੋਹਣੀਆਂ ਨੇ, ਨਹੀਂ ਉਹ ਨਹੀਂ ਦੇ ਬਰਾਬਰ ਨੇ। ਨਹੀਂ ਦੇ ਬਰਾਬਰ ਕਿਉਂ ਨੇ? ਜੇ ਸਾਨੂੰ ਦਿਸਦਾ ਹੋਵੇ ਤੇ ਅਸੀਂ ਫਿਰ ਚਿੱਕੜ 'ਚ ਹੀ ਵੜੀਏ, ਅਸੀਂ ਫਿਰ ਖੱਡੇ 'ਚ ਹੀ ਡਿੱਗੀਏ। ਨਹੀਂ ਦੇ ਬਰਾਬਰ ਹੋ ਗਈਆਂ ਨਾ। ਪ੍ਰਾਣੀ ਡਿੱਗਦਾ ਉਦੋਂ ਹੀ ਹੈ ਜਦੋਂ ਉਹ ਅੱਖਾਂ ਤੋਂ ਕੰਮ ਨਹੀਂ ਲੈਂਦਾ, ਅੱਖਾਂ ਨਾਲ ਵੇਖਦਾ ਨਹੀਂ ਵੀ ਅੱਗੇ ਚਿੱਕੜ ਤੇ ਮੈਂ ਤੁਰਿਆ ਜਾਣਾ ਤੇ ਡਿੱਗ ਪਾਵਾਂਗਾ। ਨੈਣ ਸੁੰਦਰ, ਅੱਖਾਂ ਬੜੀਆਂ ਸੋਹਣੀਆਂ ਨੇ, ਨਹੀਂ ਪਰ ਉਹ ਹੈਗੀਆਂ ਨਹੀਂ ਦੇ ਬਰਾਬਰ ਨੇ। ਹੁਣ ਗੁਰੂ ਮਹਾਰਾਜ ਜੀ ਅੱਗੇ ਰਹਿਮਤ ਕਰਦੇ ਨੇ, ਆਰਤ ਦੁਆਰ ਰਟਤ ਪੰਗੁਰੀਆ। ਆਰਤ, ਹੇ ਮੇਰੇ ਵਾਹਿਗੁਰੂ ਬੜਾ ਦੁਖੀ ਆ। ਆਰਤ ਦਾ ਅਰਥ ਹੁੰਦਾ ਦੁਖੀ। ਆਰਤ ਦੁਆਰ, ਜਦੋਂ ਮੈਂ ਬੜਾ ਦੁਖੀ ਹੁੰਨਾ ਨਾ, ਬੜਾ ਦੁੱਖ ਦੇ ਵਿੱਚ ਆ, ਤੇ ਉਦੋਂ ਫਿਰ ਤੇਰਾ ਦਰ ਦਿਸਦਾ ਹੈ, ਉਦੋਂ ਪਹਿਲੋਂ ਨਹੀਂ ਦਿਸਦਾ। ਆਰਤ ਦੁਆਰ, ਜਦੋਂ ਮੈਂ ਬੜਾ ਦੁਖੀ ਹੁੰਨਾ ਨਾ, ਮੇਰੇ ਸਾਰੇ ਦੁੱਖ ਕੋਈ ਨਹੀਂ ਸਹਾਰਨ ਵਾਲਾ ਹੁੰਦਾ, ਤੇ ਉਦੋਂ ਫਿਰ ਤੇਰਾ ਬੂਹਾ, ਤੇਰਾ ਦਰਵਾਜ਼ਾ ਜਿਹੜਾ ਉਹ ਆਣ ਕੇ ਮੈਂ ਖੜਕਾਨਾ। ਤੇ ਆਉਂਦਾ ਕਿਵੇਂ ਆ? ਰਟਤ ਪੁੰਗਰੀਆ। ਪੁੰਗਰੀਆ ਕਹਿੰਦੇ ਨੇ ਜਿਹਦੀਆਂ ਲੱਤਾਂ ਨਹੀਂ ਹੁੰਦੀਆਂ, ਪਿੰਗਲਾ ਹੁੰਦਾ ਹੈ, ਉਹਨੂੰ ਪੁੰਗਰੀਆ ਕਹਿੰਦੇ ਨੇ। ਪਿੰਗਲਾ, ਰਟਤ ਰਿੜ ਰਿੜ ਕੇ, ਪਿੰਗਲੇ ਦੀ ਤਰ੍ਹਾਂ। ਫਿਰ ਘਸਾ ਘਸਾ ਕੇ ਤੁਰਦਾ ਮੈਂ, ਪੈਰ ਰਗੜ ਰਗੜ ਕੇ। ਆ ਜਿਹੜਾ ਆਪਾਂ ਨੰਗੇ ਪੈਰੀ ਤੁਰਦੇ ਆ ਨਾ, ਇਹਦਾ ਮਤਲਬ ਇਹ ਹੈ ਵੀ ਹੁਣ ਮੈਂ ਤੁਰਨ ਜੋਗਾ ਨਹੀਂ ਰਹਿ ਗਿਆ, ਮੇਰੇ ਪੈਰਾਂ 'ਚ ਸਮਰੱਥਾ ਹੀ ਕੋਈ ਨਹੀਂ, ਮੈਂ ਜੁੱਤੀ ਪਾ ਕੇ ਆ ਜਾਵਾਂ ਤਾਂ ਮੈਂ ਨੰਗੇ ਪੈਰੀ ਆ ਗਿਆ, ਮੈਂ ਪੈਰਾਂ ਤੋਂ ਹੀਣਾ ਹੋ ਗਈ। ਤੇ ਆ ਕਈਆਂ ਥਾਵਾਂ ਤੇ ਤੁਸੀਂ ਦੇਖਿਆ ਹੋਣਾ ਹੈ, ਜਿਹੜੇ ਯਾਤਰਾ ਤੇ ਦਰਸ਼ਨ ਕਰਨ ਜਾਂਦੇ ਨੇ ਨਾ, ਮੈਂ ਵੇਖੇ ਨੇ, ਉਹ ਕੀ ਕਰਦੇ ਨੇ, ਲੰਮੇ ਪੈ ਜਾਂਦੇ ਨੇ ਧਰਤੀ ਤੇ ਅੱਗੇ ਆਪਣੇ ਹੱਥ ਦੇ ਨਾਲ ਇਸ ਤਰ੍ਹਾਂ ਲਾਈਨ ਲਾ ਦਿੰਦੇ ਨੇ, ਖੜੇ ਉੱਠ ਕੇ ਹੋ ਕੇ ਤੁਰ ਕੇ, ਤੇ ਫਿਰ ਉੱਥੇ ਲੰਮੇ ਪੈ ਕੇ ਮੱਥਾ ਟੇਕਦੇ ਨੇ। ਇਹ ਹਿੰਦੂ ਧਰਮ ਦੇ ਵਿੱਚ ਇਹਦਾ ਅਰਥ ਵੀ ਇਹ ਵੀ ਹੁਣ ਮੈਂ ਤੁਰਨ ਜੋਗਾ ਕੋਈ ਨਹੀਂ ਰਿਹਾ, ਲੰਮਾ ਪੈ ਕੇ ਆ ਰਿਹਾ। ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਰਟਤ ਪੁੰਗਰੀਆ, ਮੈਂ ਪਿੰਗਲਿਆਂ ਦੀ ਤਰ੍ਹਾਂ ਰੜਤ ਕਰਕੇ ਆਇਆ, ਬੜਾ ਔਖਾ ਹੋ ਕੇ ਆਇਆ, ਬੜਾ ਔਖਾ ਹਾਂ। ਦੀਨਾਨਾਥ ਅਨਾਥ, ਹੇ ਮੇਰੇ ਵਾਹਿਗੁਰੂ ਸੱਚੇ ਸਤਿਗੁਰੂ ਕਰਨਾ ਮੈਂ ਦੀਨਾਨਾਥ। ਹੁਣ ਰੱਬ ਨੂੰ ਕੀ ਕਹਿੰਦਾ ਹੈ? ਤੂੰ ਮਾਲਕ ਹੈ ਕਿੰਦਾ? ਦੀਨਾ ਦਾ। ਤੇ ਮੈਂ ਹੁਣ ਦੀਨ ਹੋ ਕੇ ਆ ਗਿਆ ਨਾ, ਪਹਿਲੀ ਗੱਲ ਛੱਡਤੀ ਹੈ ਉਹਨੂੰ। ਦੀਨਾਨਾਥ, ਤੂੰ ਦੀਨਾ ਦਾ ਮਾਲਕ ਹੈ, ਗਰੀਬਾਂ ਦੀ ਰੱਖਣ ਵਾਲਾ। ਤੇ ਮੈਂ ਤਾਂ ਹੁਣ ਗਰੀਬ ਹੋ ਕੇ ਆਇਆ ਨਾ, ਗਰੀਬ ਬਣ ਕੇ ਆਇਆ ਨਾ। ਹੁਣ ਤਾਂ ਤੂੰ ਮੇਰਾ ਨਾਥ ਬਣੋ, ਹੰਕਾਰ ਖਤਮ ਹੋ ਗਿਆ ਨਾ ਮੇਰੇ ਚੋਂ। ਦੀਨਾਨਾਥ ਅਨਾਥ, ਹੁਣ ਮੇਰਾ ਆਸਰਾ ਵੀ ਕੋਈ ਨਹੀਂ ਹੋ। ਅਨਾਥ ਉਹਨੂੰ ਕਹਿੰਦੇ ਨੇ ਜਿੰਦਾ ਆਸਰਾ ਨਾ ਹੋਵੇ। ਅਨਾਥ ਆਸ਼ਰਮ ਖੁੱਲੇ ਨੇ ਨਾ, ਤੇ ਉੱਥੇ ਉਹ ਹੀ ਜਾਂਦੇ ਨੇ ਜਿਨ੍ਹਾਂ ਦਾ ਆਸਰਾ ਕੋਈ ਨਹੀਂ ਹੁੰਦਾ। ਦੀਨਾਨਾਥ ਅਨਾਥ ਕਰਨਾ ਮੈਂ, ਤੂੰ ਕਿਰਪਾਲੂ ਹੈ, ਤੂੰ ਦਿਆਲੂ ਹੈ, ਤੂੰ ਰਹਿਮਤ ਵਾਲਾ ਹੈ। ਸਾਜਨ ਮੀਤ ਪਿਤਾ ਮਹਤਰੀਆ, ਤੂੰ ਮੇਰਾ ਸੱਜਣ ਹੈ। ਹੁਣ ਦੁਨੀਆ ਵਾਲੇ ਸੱਜਣ ਵੀ ਛੱਡ ਦਿੱਤੇ ਨੇ। ਪਹਿਲੂ ਸੱਜਣ ਸੀਗੇ ਜਿਨ੍ਹਾਂ ਨਾਲ ਮਿਲ ਬੈਠ ਕੇ ਆਪਾਂ ਅਨੇਕ ਪ੍ਰਕਾਰ ਦੀਆਂ ਸਲਾਹਾਂ ਕਰਦੇ ਸੀ, ਖਾਂਦੇ ਪੀਂਦੇ ਸੀ, ਉਹ ਸਾਰੇ ਛੁੱਟ ਗਏ ਨੇ। ਹੁਣ ਮੇਰਾ ਸੱਜਣ ਕੌਣ ਹੈ? ਤੂੰ ਮੇਰਾ ਸੱਜਣ ਹੈ। ਸਾਜਨ ਮੀਤ, ਹੁਣ ਮੇਰਾ ਮਿੱਤਰ ਵੀ ਤੂੰ ਹੈ, ਪਿਤਾ ਮੇਰਾ ਪਿਓ ਵੀ ਤੂੰ ਹੈ, ਮਹਤਰੀਆ ਮੇਰੀ ਮਾਂ ਵੀ ਤੂੰ ਹੈ। ਭਾਵੇਂ ਮੇਰਾ ਸੱਜਣ ਬਣ ਕੇ ਮੇਰੀ ਬਾਂਹ ਫੜ, ਭਾਵੇਂ ਮੇਰਾ ਮਿੱਤਰ ਬਣ ਕੇ ਮੇਰੀ ਬਾਂਹ ਫੜ, ਭਾਵੇਂ ਮੇਰਾ ਪਿਓ ਬਣ ਕੇ ਮੈਨੂੰ ਬਚਾ, ਤੇ ਭਾਵੇਂ ਤੂੰ ਮਾਂ ਬਣ ਕੇ ਮੈਨੂੰ ਬਚਾ। ਮੈਨੂੰ ਹੁਣ ਤੂੰ
ਸੰਭਾਲਣਾ ਕਰ, ਮੇਰੀ ਸੰਭਾਲ ਕਰ, ਮੇਰੀ ਰੱਖਿਆ ਕਰ। ਅੱਗੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਚਰਨ ਕਮਲ ਹਿਰਦੇ ਕਹਿ ਨਾਨਕ, ਅਸੀਂ ਤੇਰੇ ਚਰਨਾਂ ਕਮਲਾਂ ਨੂੰ ਹਿਰਦੇ ਦੇ ਵਿੱਚ ਫੜ ਲਈ। ਉਹਨੂੰ ਤੇਰੇ ਚਰਨ ਕਮਲ ਨੇ ਨਾ ਜਿਹੜੇ, ਉਹਨਾਂ ਨੂੰ ਹਿਰਦੇ ਦੇ ਵਿੱਚ ਪਕੜ ਲਿਆ ਹੈ। ਪੈ ਸਾਗਰ ਸਭ ਪਾਰ ਉਤਰਿਆ, ਤੂੰ ਕਿਰਪਾ ਕਰੇ। ਸੰਸਾਰ ਹੈ ਨਾ ਜਿਹੜਾ, ਇਹ ਬੜਾ ਡਰਾਉਣਾ ਲੱਗਦਾ ਹੁਣ, ਤੇ ਤੂੰ ਮੈਨੂੰ ਕਹਿੰਦੇ ਤੂੰ ਪਾਰ ਕਰਨਾ ਕਰ। ਅੱਜ ਦੇ ਇਹ 2 ਪੌੜੀਆਂ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਸਾਨੂੰ ਇਹ ਹੀ ਦੱਸਿਆ ਹੈ। ਤੇ ਇੱਥੇ ਮੈਂ ਇੱਕ ਵਿਚਾਰ ਜ਼ਰੂਰ ਕਰਾਂਗਾ, ਅਖਰੀ ਗਿਆਨ ਹੈ ਨਾ ਜਿਹੜਾ, ਉਹਦੇ ਨਾਲ ਜ਼ਿੰਦਗੀ ਚੱਲਦੀ ਹੈ। ਆ ਵੇਖੋ, ਮੇਰੇ ਕੋਲ ਅਖਰੀ ਗਿਆਨ ਹੈ ਨਾ, ਮੇਰੀ ਜ਼ਿੰਦਗੀ ਚੱਲ ਰਹੀ ਹੈ, ਮੈਨੂੰ ਰੋਜੀ ਰੋਟੀ ਬਣ ਗਈ। ਇਹ ਅਖਰੀ ਗਿਆਨ ਹੈ। ਅਖਰੀ ਗਿਆਨ ਦੇ ਨਾਲ ਅਸੀਂ ਬੈਂਕ 'ਚ ਨੌਕਰੀ ਕਰ ਲਵਾਂਗੇ, ਦਫ਼ਤਰ 'ਚ ਕਿਸੇ 'ਚ ਨੌਕਰੀ ਕਰ ਲਵਾਂਗੇ, ਫੈਕਟਰੀ 'ਚ ਨੌਕਰੀ ਕਰ ਲਵਾਂਗੇ, ਉਹ ਅਖਰੀ ਗਿਆਨ ਹੈ। ਅਖਰੀ ਗਿਆਨ ਦੇ ਨਾਲ ਜ਼ਿੰਦਗੀ ਚੱਲਦੀ ਹੈ, ਸਰਦਾ ਕੁਝ ਵੀ ਨਹੀਂ। ਅਖਰੀ ਗਿਆਨ ਹੈ ਜਿਹੜਾ, ਉਹ ਸਾਡੀ ਜ਼ਿੰਦਗੀ ਚਲਾ ਸਕਦਾ, ਸਾਡਾ ਸਮਾਂ ਬਤੀਤ ਹੋ ਸਕਦਾ ਹੈ, ਪਰ ਸਰਦਾ ਕੁਝ ਵੀ ਨਹੀਂ। ਇੱਕ ਗੁਰਮੁਖ ਪਿਆਰੇ ਨੇ ਨਾ ਇਹਦੇ ਤੇ ਬੜਾ ਸੋਹਣਾ ਇੱਕ ਨੁਕਤਾ ਲਿਖਿਆ। ਉਹ ਲਿਖਦਾ ਹੈ, ਮਸਜਿਦ ਤੋਂ ਬਣਾ ਲਈ क्षल भर में, मस्जिद तो बना ली क्षल भर में ईसा की हिरारत करने वालों ने। कहता मस्जिद बनाउण लगिया तो 1 मिनट ला दिता, जेडे ईसा नूं मनदे सी, अपने वास्ते भी ला लो। आपां गुरुद्वारा साहिब तैयार करना होवे ना, ते मैनूं लगदा 1 महीने दे विच आपां पूरी इमारत खड़ी कर देंगे। मस्जिद तो बना लई क्षण भर में ईसा की हिरारत करने वालों ने, मन अपना पुराना पापी है, मन अपना पुराना पापी है, पर मन है ना जेड़ा साडा वो बड़ा पुराना समय तो पापी है। ते करदा की है, बरसों से नवाजी बन ना सका। अज दी गल नहीं हैगी, बड़े साल हो गए ने इस पासे तुरदे नूं, पर अजे तक उस परमात्मा का ये नवाजी नहीं बन सकिया। ते गुरु महाराज जी की गुरबाणी भी सानू यही आखदी है, गुरु जी ने सानू कृपा की। अल्लाह अगम खुदाई बंदे, हे रब दे बंदे। खुदाई बंदा उन्होंने आख्या जाता है जिन्हों मोहर लग जे भी ये धार्मिक है, जिन्हों मोहर लग जे, अंदरों होवे ना होवे, बाहरों मोहर लग जे भी बंदा धार्मिक है। आपां कह दिंदे ना अमृतधारी, ते मुसलमान कह दिंदे ने खुदाई बंदा है। अल्लाह अगम खुदाई बंदे, हे रब दे बंदे। वो परमात्मा बड़ा अगे तो अगे, ते असी करदे की हां, छोड़ ख्याल दुनिया के धंधे। वो किन्ना अगे है, ये धंधे छड्डने पैने ने दुनिया दे, दुनियादारी दे जिहड़े धंधे ने ना, इन्हां दा ख्याल छड्डना पैना, ते फिर वो मिलेगा। अगम अल्लाह अगम खुदाई बंदे, हे रब दे बंदे, भाव असी अमृतधारी ते हो गए। ते धन गुरबाणी सानू ये कहंदी है, कल्ला खुदा दे बंदे गुरु दे सिख होण दे नाल ना रखण दे नाल गल नहीं बननी, क्योंकि अल्लाह अगम वो अगे तो अगे। छोड़ ख्याल दुनिया दे धंधे, छोड़ ख्याल दुनिया के धंधे, दुनिया के धंधे जिहड़े ने ना, वो सब तो पहला छड्डने पैने ने। जे दुनिया के धंधे करता रहा तो फिर जिहड़ी ओहदी अगमताई है ना, उस बरीकी तक नहीं जाया जाएगा। ते हुणा की है, होए पै खाक। दुनिया के धंधे छड्ड के ये भी हंकार ना हो जाए भी मैं मास्टरी छड्ड के गुरुद्वारे आ गया, ये भी एक बड़ी वड्डी हंकार वाली गल है, ये भी ना हो जाए। होए पै खाक, चरना दी खाक बन जा। गुरु महाराज जी दे चरना दी खाक बन जा। पै दा अर्थ है पैर, होए पै खाक। फकीर मुसाफिर, मुसाफिर उन्होंने आखदे ने जेड़ा किसी सफर ते जा रहा होवे, ते फकीरी वाला जेड़ा सफर है ना, वो शुरू कर दे। होए पै खाक, पहलू खाक होनी कर, मिट्टी होनी कर, ते फिर उस तो बाद करना की है, फकीर मुसाफिर। जिहड़ी मुसाफरी है ना, वो फकीरी वाली होवे। ये जीवन का सफर है जिहड़ा, ये फकीरी वाला होवे। इहो दरवेश कबूल दरा। इस तरह तेरी जिहड़ी दरवेशी है ना, जिहड़ा तू दरवेश है जां तेरा सिख पुना जां सिंह है जिहड़ा, उस प्रभु परमात्मा दे दर ते फिर कबूल होवेगा, नहीं तो कबूल ही नहीं ना, नहीं तो तू कबूल नहीं हैगा। इहो दरवेश कबूल दरा, उस वैगुरू दे दर ते ना
फिर तू कबूल होएगा, नहीं तो कबूल नहीं होना। सुन नवाज, सच नवाज, यकीन मसला। ਜਿਹੜੀ ਨਵਾਜ਼ ਪੜ੍ਹਨੀ ਹੈ ਨਾ, ਇਹ ਤੇਰੀ ਸੱਚ ਦੀ ਹੋਣੀ ਚਾਹੀਦੀ ਹੈ। ਤੇ ਅਸੀਂ ਜਿਹੜਾ ਨਿਤਨੇਮ ਕਰਦੇ ਹਾਂ, ਸਾਡੀ ਨਵਾਜ਼, ਨਵਾਜ਼ ਦਾ ਅਰਥ ਹੁੰਦਾ ਜੇ ਅਰਦਾਸ। ਨਵਾਜ਼ ਦਾ ਜੇ ਅੱਖਰੀ ਅਰਥ ਕਰੀਏ ਨਾ, ਉਹ ਬਣਦਾ ਅਰਦਾਸ, ਬੇਨਤੀ, ਜੋਦੜੀ। ਅੰਗਰੇਜ਼ੀ 'ਚ ਪ੍ਰੇਅਰ ਆਖ ਦਿੰਦੇ ਨੇ, ਆਪਾਂ ਅਰਦਾਸ ਆਖ ਦਿੰਦੇ ਹਾਂ, ਉਹ ਨਵਾਜ਼ ਕਹਿ ਦਿੰਦੇ ਨੇ। ਗਰੀਬ ਨਵਾਜ਼, ਗਰੀਬਾਂ ਦੀ ਅਰਦਾਸ ਸੁਣਨ ਵਾਲਾ। ਸੱਚ, ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸੱਚ ਨਵਾਜ਼, ਤੂੰ ਸੱਚ ਤੇ ਤੁਲ ਜਾ, ਇਹ ਤੇਰੀ ਨਵਾਜ਼ ਹੈ, ਇਹ ਤੇਰਾ ਨਿਤਨੇਮ ਹੈ, ਤੂੰ ਸੱਚਾ ਹੋ ਜਾ। ਸੱਚ ਨਵਾਜ਼, ਯਕੀਨ ਮਸੱਲਾ। ਯਕੀਨ ਦਾ ਅਰਥ ਹੁੰਦਾ ਭਰੋਸਾ। ਤੇਰੇ ਤੇ ਸਾਰਿਆਂ ਨੂੰ ਭਰੋਸਾ ਹੋ ਜਾਵੇ ਵੀ ਇਹ ਕਿਸੇ ਧੀ ਭੈਣ ਦੇ ਵੱਲ ਅੱਖ ਚੱਕ ਕੇ ਨਹੀਂ ਵੇਖਦਾ, ਕਿਸੇ ਦਾ ਹੱਕ ਨਹੀਂ ਮਾਰਦਾ, ਕਿਤੇ ਝੂਠ ਨਹੀਂ ਬੋਲਦਾ। ਇਹ ਤੇਰਾ ਯਕੀਨ ਦੁਨੀਆ ਦੇ ਅੰਦਰ ਵੱਜ ਜਾਵੇ ਤੇ ਗੁਰੂ ਨੂੰ ਵੀ ਯਕੀਨ ਹੋ ਜਾਵੇ, ਇਹ ਤੇਰਾ ਮੁਸੱਲਾ ਹੀ। ਮੁਸੱਲਾ ਉਹਨੂੰ ਆਖਦੇ ਨੇ ਜਿੰਦੇ ਤੇ ਬਹਿ ਕੇ ਨਵਾਜ਼ ਪੜ੍ਹਦੇ ਨੇ। ਤੇ ਆਪਾਂ ਕਹਿ ਜਾਵਾਂਗੇ ਆਸਨ, कहते हैं ना, ये बाबा जी का आसन है, ये आसन नूं भी मत्था टेक लो। कह देने ना, ये बाबा जी का आसन है, तो बाबा जी के आसन ते भी मत्था टेक लो। आसन पवित्र क्यों है? क्योंकि आसन है जिहड़ा वो यकीन वाला है। जे यकीन वाला नहीं तो आसन मत्था टेकन के समर्थ नहीं है। सत्कार है, उस आसन का सत्कार किया जाता है जिहड़ा आसन कायम होवे। ते जिहड़ा आसन हिलिया होया है ना, ਉਹ ਜਿਹੜਾ ਉਹ ਯਕੀਨ ਵਾਲਾ ਨਹੀਂ। ਉੱਥੇ ਧੀ ਭੈਣ ਜਿਹੜੀ ਉਹ ਸੇਫ ਨਹੀਂ ਹੈਗੀ, ਸੱਚ ਨਹੀਂ ਹੈਗਾ, ਝੂਠ ਦਾ ਪਹਿਰਾ ਹੈ, ਹੋਰ ਬੁਰਾਈਆਂ ਨੇ। ਤੇ ਉਹ ਫਿਰ ਆਸਣ ਹੈ ਜਿਹੜਾ ਉਹ ਯਕੀਨ ਵਾਲਾ ਨਹੀਂ, ਭਰੋਸਾ ਨਹੀਂ। ਉੱਥੇ ਆਉਂਦਿਆਂ ਵੀ ਡਰ ਲੱਗੇਗਾ। ਨਨਕਾਣਾ ਸਾਹਿਬ ਇਹ ਕੁਝ ਹੀ ਹੋਇਆ ਸੀ ਨਾ, ਉੱਥੇ ਫਿਰ ਆਉਂਦਿਆਂ ਵੀ ਡਰ ਲੱਗੇਗਾ ਵੀ ਇੱਥੇ ਹੁਣ ਅਸੀਂ ਆਵਾਂਗੇ ਤੇ ਪਤਾ ਨਹੀਂ ਸਾਡੀ ਇੱਜ਼ਤ ਬਚੇਗੀ ਕਿ ਨਾ ਬਚੇਗੀ, ਸਾਡੇ ਨਾਲ ਕੀ ਹੋਏਗਾ ਕੀ ਨਾ ਹੋਏਗਾ। सच यकीन मसला, तेरा जिहड़ा आसन है वो यकीन वाला, भरोसे वाला होवे। तेनू गुरु ते वाहिगुरू ते भरोसा होना चाहिए। मनसा मार नवारे आसा, तेरे अंदर किसी की आस नहीं होनी चाहिए बिना गुरु तो। तू आस रखनी है ते गुरु दे उत्ते आस रखनी है। मनसा मार, ते मन दियां इच्छावां सारियां खत्म कर दे, कोई इच्छा भी नहीं होनी चाहिए। मनसा मार, पहलो इच्छावां सारियां खत्म कर दे। नवार आसा, ते किसी दे उत्ते आस नहीं रखनी। देह मसीत मन मोह लाना, जिथे मैं गल लैके आनी सी, गुरु महाराज जी सच्चे सतगुर की बाणी जो सन दसदी, देह मसीत, फिर तेरा शरीर है जिहड़ा गुरुद्वारा बन जाएगा। उन्हां दी मसीत है, साडा गुरुद्वारा है। देह मसीत मन मोह लाना, ते तेरा मन है जिहड़ा ये गुरुद्वारे दे विच रहन वाला ग्रंथी बन जाएगा। देह मसीत कायो देवल कायो देवा, भगत पीपा जी ने तो आख्या ना, तेरा शरीर है जिहड़ा यही देवता है, यही मंदिर है, यही देहोरा है, सारा कुछ शरीर ही है। उवें गुरु जी रहमत करते ने, देह मसीत मन मौलाना, ये जिहड़ा शरीर है ना, ये मसीत बन जाएगा। फिर तेनू मंदिर गुरुद्वारा बनाने की लोड़ ही नहीं पैनी। तू आप गुरुद्वारे का रूप बन जाएगा। ते तेनू उत्थे ग्रंथी सिंह जां ज्ञानी सिंह जां रागी रखण दी भी लोड़ नहीं, क्योंकि मन मौलाना, तेरा मानी जिहड़ा मौलवी बन गया, वो ही ज्ञानी बन गया, सारा कुछ वही बन गया। उत्थे सेवा करने वाला कलम खुदाई पाक खरा। कलम खुदाई, ये उस खुदा की कलम है। ये बाणी है ना जिहड़ी, मेरी जां तेरी नहीं हैगी, साडे वर्गे मनमुखां नूं समझाउण वास्ते है, किसी पुरानी दी नहीं हैगी। कलम किंदी चली है? कलम खुदाई पाक खरा। पाक कहंदे ने पवित्र नूं, ते खरा कहंदे ने शुद्ध नूं। ये शुद्ध भी है ते पवित्र भी है। ये जिहड़ी कलम चली है ना धन गुरु ग्रंथ साहिब जी दे अंदर, ये कलम है जिहड़ी, ये उस खुदा दी कलम चली है। असीं एवें कह दिंदे गुरु अर्जन देव जी दी चली है, भाई गुरदास जी ने नहीं। ये उस खुदा दे रूप हो गए सन। इन्हां ने अपने शरीर नूं गुरुद्वारा बना लिया सी। इन्हां ने ये रब दा रूप हो गए सन, वाहिगुरू दा रूप हो गए सन। ते इन्हां हुण जदों वाहिगुरू दा रूप हो गए ने, ते वो जिहड़ी कलम चलेगी वाहिगुरू दे हत्थ दे विच चल रही है ना, कलम खुदाई, ये खुदा दी कलम चल पई है। भाई ये गुरबाणी है जिहड़ी, तेरी जां मेरी नहीं हैगी, खुदा दी कलम है। कलम खुदाई पाक खरा, ते वो खुदा कौन है? पाक पवित्र
ਤੇ ਖਰਾ, ਸ਼ੁੱਧ ਹੈ, ਸ਼ੁੱਧ ਪਵਿੱਤਰ ਹੈ। ਇਹ ਅੱਜ ਦੀਆਂ 2 ਪੌੜੀਆਂ ਦੇ ਵਿੱਚ ਗੁਰੂ ਜੀ ਨੇ ਸਾਨੂੰ ਦੱਸਣਾ। ਇੰਨੀ ਕੁ ਜਿਹੜੀ ਮਿਹਨਤ ਤੇ ਨਾ ਉਹ ਕਰਨੀ ਪੈਣੀ ਸੀ। ਹੁਣ ਗੱਲ ਦੀ ਸਮਝ ਆ ਜਾਏਗੀ। ਸੰਭਲਿਆ ਸੱਚ ਥਾਨ, ਸੰਭਲੇ ਉਹ ਨੇ ਜਿਨ੍ਹਾਂ ਨੇ ਸੱਚ ਦੇ ਥਾਨ ਨੂੰ ਹੱਥ ਪਾ ਲਿਆ। ਤੇ ਹੁਣ ਸੱਚ ਦੀ ਥਾਂ ਕਿਹੜੀ ਹੈ ਉਹ ਮੈਨੂੰ 15-20 ਮਿੰਟ ਪਹਿਲੂ ਲੱਗ ਗਏ ਨੇ ਸਮਝਾਉਂਦੇ ਨੂੰ। ਇਹ ਹੈ ਸੱਚ ਦੀ ਥਾਂ। ਸੰਭਲਿਆ ਸੱਚ ਥਾਨ। ਮੈਂ ਇੱਕ ਵਾਰੀ ਫਿਰ ਸ਼ੁਰੂ ਤੋਂ ਕਰਦੇ ਹਾਂ। ਜਦੋਂ ਅਸੀਂ ਬਾਥਰੂਮ ਦੇ ਵਿੱਚ ਡਿੱਗਣ ਲੱਗਦੇ ਹਾਂ ਤੇ ਕਿਵੇਂ ਸੰਭਲਦੇ ਹਾਂ? ਸਾਡੀ ਕੰਧ ਨੂੰ ਹੱਥ ਪੈ ਜੇ ਫਿਰ ਸੰਭਲਦੇ, ਨਹੀਂ ਤਾਂ ਡਿੱਗਾਂਗੇ। ਟੂਟੀ ਨੂੰ ਹੱਥ ਪੈ ਜੇ ਫਿਰ ਸੰਭਲ ਜਾਵਾਂਗੇ। ਉੱਥੇ ਕੋਈ ਹੋਰ ਚੀਜ਼ ਪਈ ਉਹਨੂੰ ਹੱਥ ਪੈ ਜੇ ਫਿਰ ਸੰਭਲਾਂਗੇ, ਨਹੀਂ ਤਾਂ ਡਿੱਗ ਪਾਵਾਂਗੇ। ਤੁਰੇ ਜਾਂਦੇ ਆ, ਅੱਗੇ ਚਿੱਕੜ ਆ ਗਿਆ, ਧਿਆਨ ਨਹੀਂ ਦਿੱਤਾ, ਪੈਰ ਚਿੱਕੜ 'ਚ ਪੈ ਗਿਆ ਤੇ ਤਿਲਕੇਗਾ ਤੇ ਡਿੱਗਾਂਗੇ। ਫਿਰ ਸੰਭਲਾਂਗੇ ਕਿਵੇਂ? ਕੋਈ ਡਬੋਰੀ ਨੂੰ ਹੱਥ ਪੈ ਜੇ, ਕੋਈ ਨਾਲ ਤੁਰਿਆ ਜਾਂਦਾ ਉਹਦੀ ਬਾਂਹ ਨੂੰ ਹੱਥ ਪੈ ਜੇ ਤੇ ਫਿਰ ਹੀ ਸੰਭਲਾਂਗੇ ਨਾ। ਹੁਣ ਗੁਰੂ ਜੀ ਰਹਿਮਤ ਕਰਦੇ ਨੇ ਸਾਡੇ ਮਨ ਦਾ ਜਿਹੜਾ ਸੰਭਲਣਾ, ਇੱਥੇ ਗੱਲ ਮਨ ਦੀ ਏ। ਸੰਭਲਿਆ ਸਾਡਾ ਮਨ ਤਾਂ ਸੰਭਲਿਆ ਸੱਚ ਥਾਨ। ਮਨ ਜਿਹੜੇ ਨੇ ਸੱਚੀ ਥਾਨ ਨੂੰ ਹੱਥ ਪਾ ਲਿਆ ਹੁਣ ਨਹੀਂ ਡਿੱਗੇਗਾ। ਜਿਹਨੇ ਕੰਧ ਨੂੰ ਹੱਥ ਪਾ ਲਿਆ ਫਿਰ ਕਿਉਂ ਡਿੱਗੇਗਾ ਉਹ? ਕਿਉਂਕਿ ਕੰਧ ਨਹੀਂ ਡਿੱਗਦੀ ਤੇ ਫਿਰ ਅਸੀਂ ਵੀ ਨਹੀਂ ਡਿੱਗਦੇ, ਫਿਰ ਸੰਭਲ ਜਾਵਾਂਗੇ। ਸੰਭਲਿਆ ਸੱਚ ਥਾਨ। ਜਦੋਂ ਅਸੀਂ ਸੱਚੇ ਸਤਿਗੁਰ ਦੀ ਗਿਆਨ ਉਪਦੇਸ਼ ਸੱਚੀ ਥਾਂ ਤੇ ਆ ਜਾਂਦੇ ਹਾਂ ਤੇ ਫਿਰ ਅਸੀਂ ਸੰਭਲ ਲਿਆਏ। ਤੇ ਸੰਭਲ ਦੇ ਨਾਲ ਹੁੰਦਾ ਕਿ ਮਾਣ, ਮਹੱਤ, ਮਤ ਦਾ ਅਰਥ ਹੁੰਦਾ ਵੱਡਾ। ਸਾਨੂੰ ਵੱਡਾ ਮਾਣ ਮਿਲ ਗਿਆ। ਫਿਰ ਡਿੱਗਣੋਂ ਬਚ ਗਏ ਆ ਨਾ, ਸੱਟ ਨਹੀਂ ਵੱਜੀ। ਤੇ ਦੂਜੇ ਨੇ ਕਿਹਾ ਚੰਗਾ ਰਹਿ ਗਏ, ਬਚ ਗਏ। ਉਹਨੇ ਮਾਣ ਦਿੱਤਾ ਨਾ, ਚੰਗਾ ਰਹਿ ਗਿਆ, ਬਚ ਗਿਆ। ਜੇ ਤੂੰ ਡਿੱਗ ਜਾਂਦਾ ਤੇ ਬੁੱਢੇ ਵਾਲੇ ਚੂਕਣਾ ਟੁੱਟ ਜਾਂਦਾ ਸੀ, ਜਾਣਾ ਸੀ 6 ਮਹੀਨੇ ਮੰਜੀ ਤੇ ਪਿਆ ਰਹਿਣਾ ਸੀ। ਇਸ ਦੁੱਖ ਤੋਂ ਬਚ ਗਏ ਆ, ਵੱਡਾ ਸੁੱਖ ਹੋ ਗਿਆ ਨਾ। ਮਾਣ, ਮਹੱਤ, ਵੱਡਾ ਸਤਿਕਾਰ ਮਿਲ ਗਿਆ ਤੈਨੂੰ। ਸੱਚ ਪਾਇਆ, ਸੱਚ ਉਹ ਪ੍ਰਭੂ ਨੂੰ ਆਖਿਆ ਤੂੰ ਉਹਨੂੰ ਵੀ ਪਾ ਲਿਆ ਹੈ ਜੀ। ਸਤਿਗੁਰ ਮਿਲਿਆ ਦਇਆਲ, ਗੁਣ ਅਵਨਾਸੀ ਗਾਇਆ ਬਲਰਾਮ ਜੀਓ। ਤਾਂ ਗੁਰੂ ਜੀ ਰਹਿਮਤ ਕਰਦੇ ਨੇ। ਸੰਭਲਿਆ ਸੱਚ ਥਾਨ, ਮਾਣ ਮਹੱਤ ਸੱਚ ਪਾਇਆ ਬਲਰਾਮ ਜੀਓ ਨੇ। ਮੇਰੇ ਵਾਹਿਗੁਰੂ ਮੈਂ ਤੇਰੇ ਤੋਂ ਵਾਰਨੇ ਬਲਿਹਾਰਨੇ ਜਾਂਦਾ, ਤੇਰੇ ਤੋਂ ਕੁਰਬਾਨ ਜਾਨਾ। ਤੂੰ ਮੇਰੇ ਤੇ ਕਿਰਪਾ ਕੀਤੀ ਹੈ, ਮੈਂ ਸੰਭਲ ਗਿਆ ਤੇ ਤੂੰ ਸੱਚਾ ਹੈ। ਸੱਚੀ ਥਾਂ ਤੇ ਆਉਣ ਲੱਗ ਗਿਆ, ਸੱਚੀ ਥਾਂ ਤੇ ਮੈਂ ਹੱਥ ਪਾ ਲਿਆ, ਸੱਚੀ ਥਾਂ ਨੂੰ ਮੈਂ ਆਪਣੇ ਹਿਰਦੇ ਦੇ ਵਿੱਚ ਵਸਾ ਲਿਆ, ਜਿਹਦੇ ਨਾਲ ਮੈਨੂੰ ਵੱਡਾ ਸਤਿਕਾਰ ਮਿਲਿਆ। ਸੱਚ ਦੀ ਤੇਰੀ ਪ੍ਰਾਪਤੀ ਹੋ ਗਈ ਏ। ਤੇ ਇਹ ਸਾਰੀ ਪ੍ਰਾਪਤੀ ਹੋਈ ਕਿਵੇਂ? ਅਸੀਂ ਸੰਭਲੇ ਕਿਵੇਂ ਆ? ਸਤਿਗੁਰ ਮਿਲਿਆ ਦਇਆਲ, ਦਿਆਲੂ ਗੁਰੂ ਹੈ ਸਾਡਾ। ਦਇਆ ਸਾਡੇ ਤੇ ਗੁਰੂ ਨੇ ਕਰਨੀ ਹੈ। ਸਤਿਗੁਰ ਮਿਲਿਆ ਦਇਆਲ, ਸਾਡਾ ਦਿਆਲੂ ਗੁਰੂ ਸਾਨੂੰ ਮਿਲਿਆ ਨਾ, ਉਹਨੇ ਫਿਰ ਸਾਰੀ ਸਾਨੂੰ ਇਹ ਮੱਤ ਦਿੱਤੀ ਏ। ਤੇ ਮੱਤ ਦੇਣ ਦਾ ਸਾਧਨ ਕੀ? ਗੁਣ ਅਬਨਾਸੀ ਗਾਇਆ। ਉਹਨੇ ਕਿਰਪਾ ਕੀਤੀ ਹੈ। ਧੰਨ ਗੁਰਬਾਣੀ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਨੇ। ਉਹ ਆਪ ਕਿਰਪਾ ਕਰਕੇ ਫਿਰ ਸਾਡੇ ਤੋਂ ਬਾਣੀ ਦੇ ਗੁਣ ਜਿਹੜੇ ਨੇ ਇਹ ਗਵਾ ਲੈਂਦਾ ਹੈ। ਬਲਰਾਮ ਜੀ ਹੋਏ ਵਾਹਿਗੁਰੂ ਜੀ ਅਸੀਂ ਤੇਰੇ ਤੋਂ ਵਾਰਨੇ ਬਲਿਹਾਰਨੇ ਜਾਂਦੇ ਹਾਂ ਜੀ। ਗੁਣ ਗੋਬਿੰਦ ਗਾਓ, ਨਿਤ ਨਿਤ ਪ੍ਰਾਨ ਪ੍ਰੀਤਮ ਸੁਆਮੀਆ। ਹੁਣ ਜਿਹੜਾ ਮਨੁੱਖ ਕਿਤੇ ਖਤਰੇ ਦੇ ਵਿੱਚ ਪੈਂਦਾ ਹੋਇਆ ਬਚ ਜਾਵੇ ਤੇ ਫਿਰ ਉਹ ਦੂਜੇ ਨੂੰ ਵੀ ਦੱਸ ਦਿੰਦਾ ਭਾਈ ਮੈਂ ਇੱਥੋਂ ਇਸ ਤਰੀਕੇ ਨਾਲ ਬਚਿਆ ਤੇ ਤੂੰ ਵੀ ਬਚ ਸਕਦਾ ਹੈ। ਹੁਣ ਧੰਨ ਗੁਰੂ ਜੀ ਨੇ ਸਾਨੂੰ ਦੱਸਿਆ, ਜਿਹੜੇ ਜਗਿਆਸੂ ਨੇ ਸਵਾਲ ਕੀਤਾ ਉਹਨੇ ਗੁਰੂ ਜੀ ਦੀ ਫਿਰ ਉਹਨੇ ਵਡਿਆਈ ਕੀਤੀ। ਧੰਨ ਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਾਰੇ ਪੱਖ ਪੂਰਦੀ। ਉਹਨੂੰ ਉੱਥੇ ਗੁਰੂ ਜੀ ਰਹਿਮਤ ਕਰਦੇ ਨੇ ਭਈ ਜਿਹੜੇ ਅਜੇ ਤੱਕ ਨਹੀਂ ਸੰਭਲੇ। ਹੁਣ ਜਿਹੜਾ ਸੰਭਲ ਗਿਆ ਉਹ ਤਾਂ ਠੀਕ ਹੈ, ਜਿਹੜੇ ਨਹੀਂ ਸੰਭਲੇ ਫਿਰ ਗੁਰੂ ਜੀ ਉਹਨੂੰ ਕਹਿੰਦੇ ਨੇ ਗੁਣ ਗੋਬਿੰਦ ਗਾਓ। ਭਾਈ ਤੁਸੀਂ ਵੀ ਸੰਭਲ ਜਾਓ ਤੇ ਉਸ ਪ੍ਰਭੂ ਪਰਮਾਤਮਾ ਦੇ ਗੁਣ ਨੇ ਜਿਹੜੇ ਇਹਨਾਂ ਨੂੰ ਗਾਉਣਾ ਕਰੋ। ਤੇ ਗਾਉਣੇ ਕਿਵੇਂ ਨੇ? ਨਿਤ ਨਿਤ, ਹਰ ਰੋਜ਼। ਇਹ ਨਹੀਂ ਵੀ ਅੱਜ ਬਾਣੀ ਪੜ੍ਹ ਲਈ ਨਿਤਨੇਮ ਕਰ ਲਿਆ ਤੇ ਕੱਲ ਨੂੰ ਲੋੜ ਹੀ ਨਹੀਂ, ਇਹ ਨਹੀਂ। ਖਾਂਦੇ ਰੋਜ਼ਾਂ, ਪੀਂਦੇ ਰੋਜ਼ਾਂ, ਸੌਂਦੇ ਰੋਜ਼ਾਂ, ਉੱਠਦੇ ਰੋਜ਼ਾਂ ਤੇ ਬਾਣੀ ਦੇ ਨਾਲ ਵੀ ਰੋਜ਼ ਜੁੜਨਾ ਹੈ। ਸਿਮਰਨ ਦੇ ਨਾਲ ਵੀ ਰੋਜ਼ ਜੁੜਨਾ ਤੇ ਸੇਵਾ ਵੀ ਰੋਜ਼ ਕਰਨੀ ਹੈ। ਛੁੱਟੀ ਨਹੀਂ ਕਰਨੀ, ਇਹਦੇ 'ਚ ਨਾਗਾ ਨਹੀਂ ਪਾਣਾ। ਗੁਣ ਗੋਬਿੰਦ ਗਾਓ ਨਿਤ ਨਿਤ, ਨਿਤਾ ਪ੍ਰਤੀ ਉਸ ਪ੍ਰਭੂ ਪਰਮਾਤਮਾ ਦਾ ਜਸ ਗਾਇਨ ਕਰਨਾ। ਪ੍ਰਾਨ ਪ੍ਰੀਤਮ ਸੁਆਮੀਆਂ, ਇਹ ਮੇਰੇ ਸੱਚੇ ਸਤਿਗੁਰੂ ਜੀ ਤੂੰ ਸਾਡੇ ਪ੍ਰਾਣਾਂ ਦਾ ਰਾਖਾ ਹੈ, ਸਾਡਾ ਪ੍ਰੀਤਮ ਹੈ ਤੇ ਸਾਡਾ ਮਾਲਕ ਹੈ ਜੀ। ਸ਼ੋਭ ਦਿਵਸ ਆਏ ਗਹਿ ਕੰਠ ਲਾਏ, ਮਿਲੇ ਅੰਤਰ ਜਾਮੀਆ। ਜਦੋਂ ਅਸੀਂ ਉਸ ਪ੍ਰਭੂ ਪਰਮਾਤਮਾ ਦੇ ਗੁਣ ਗਾਇਨ ਕਰਨ ਲੱਗ ਜਾਂਦੇ ਆ, ਨਿਤਾ ਪ੍ਰਤੀ ਉਹਨੂੰ ਆਪਣਾ ਪ੍ਰੀਤਮ ਤੇ ਪ੍ਰਾਣਾ ਦਾ ਆਸਰਾ ਤੇ ਮਾਲਕ ਸਮਝਣ ਲੱਗ ਜਾਂਦੇ ਆ ਨਾ, ਫਿਰ ਸਾਡੇ ਤੇ ਚੰਗੇ ਦਿਨ ਆ ਜਾਂਦੇ ਨੇ। ਸ਼ੁਭ ਦਿਵਸ ਆਏ, ਚੰਗੇ ਦਿਨ ਆ ਜਾਂਦੇ ਨੇ। ਤੇ ਚੰਗੇ ਦਿਨ ਕਿਹੜੇ ਨੇ? ਗਹਿ ਕੰਠ ਲਾਇਓ, ਪਰਮਾਤਮਾ ਸਾਨੂੰ ਗੱਲ ਦੇ ਨਾਲ ਲਾ ਲੈਂਦਾ ਹੈ। ਮਿਲੇ ਅੰਤਰ ਜਾਮੀਆਂ, ਤੇ ਆਪ ਕਿਰਪਾ ਕਰਦਾ ਹੈ, ਸਾਨੂੰ ਆਣ ਕੇ ਮਿਲਦਾ ਹੈ ਜੀ। ਸਤ ਸੰਤੋਖ ਬੱਜਹਿ ਬਾਜੇ,
ਅਨਹਦਾ ਚੁਨਕਾਰੇ। ਤੇ ਦੈਵੀ ਗੁਣ ਨੇ ਸਤ, ਸੰਤੋਖ, ਧੀਰਜ, ਧਰਮ ਤੇ ਦਇਆ। ਇਹ ਦੈਵੀ ਗੁਣ ਨੇ। ਵੱਜੇ ਵਾਜੇ, ਇਹਨਾਂ ਦੇ ਵਾਜੇ ਵੱਜਣ ਲੱਗ ਜਾਂਦੇ ਨੇ, ਯਾਨੀ ਬੱਲੇ ਬੱਲੇ ਹੋਣ ਲੱਗ ਜਾਂਦੀ, ਇਹਨਾਂ ਦੀ ਬੋਲਤਾ ਹੀ ਹੋ ਜਾਂਦੀ ਏ। ਵੱਜੇ ਵਾਜੇ ਤੋਂ ਭਾਵ ਹੈ ਖੁਸ਼ੀ ਦੇਣ ਵਾਲੇ। ਵੱਜੇ ਵਾਜੇ ਉੱਥੇ ਵੱਜਦੇ ਨੇ ਜਿੱਥੇ ਖੁਸ਼ੀਆਂ ਹੋਣ। ਸੱਚ, ਸੰਤੋਖ, ਜਿਹੜਾ ਸੱਤ ਤੇ ਸੰਤੋਖ ਹੈ ਨਾ, ਇਹ ਦੈਵੀ ਗੁਣ ਨੇ ਤੇ ਇਹਨਾਂ ਦੀ ਗਿਣਤੀ 5 ਹੈ। ਸੱਤ, ਸੰਤੋਖ, ਧੀਰਜ, ਦਇਆ, ਇਹ ਦੈਵੀ ਗੁਣ ਨੇ। ਵਜ੍ਹਾ ਵਾਜੇ, ਇਹਨਾਂ ਦੇ ਵਾਜੇ ਭਾਵ ਇਹਨਾਂ ਦੇ ਆਉਣ ਦੇ ਨਾਲ ਮਨ ਅੰਦਰ ਖੁਸ਼ੀ ਹੋ ਗਈ। ਅਨਹਤਾ ਚੁਨਕਾਰੇ, ਅਨਹਤ ਸ਼ਬਦ ਜਿਹੜਾ ਇਹਦੀ ਅੰਦਰੋਂ ਚੁਨਕਾਰ ਛਿੜ ਗਈ ਹੈ ਜੀ। ਸੁਣ ਭੈ ਬਿਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਨ ਹਾਰੇ। ਇਹਦੇ ਸੁਣਨ ਦੇ ਨਾਲ, ਅਨਹਦ ਸੁਣਨ ਦੇ ਨਾਲ ਹੁੰਦਾ ਕਿ ਇਹ ਅੰਦਰ ਦਾ ਜਿਹੜਾ ਭੈ ਹੈ ਉਹ ਨਾਸ ਹੋ ਜਾਂਦਾ ਹੈ। ਸੁਣ ਭੈ ਬਿਨਾਸੇ, ਉਸ ਪ੍ਰਭੂ ਪਰਮਾਤਮਾ ਦਾ ਨਾਮ ਅੰਦਰੋਂ ਸੁਣਨ ਦੇ ਨਾਲ ਮਨੁੱਖ ਦੇ ਅੰਦਰ ਕਿਸੇ ਪ੍ਰਕਾਰ ਦਾ ਡਰ ਨਹੀਂ ਰਹਿੰਦਾ। ਸਾਰੇ ਪ੍ਰਕਾਰ ਦੇ ਭੈ ਨੇ ਜਿਹੜੇ ਨਾਸ ਹੋ ਜਾਂਦੇ ਨੇ। ਪ੍ਰਭ ਪੁਰਖ ਕਰਨੇ ਹਾਰੇ, ਧੰਨ ਗੁਰੂ ਜੀ ਰਹਿਮਤ ਕਰਦੇ ਨੇ। ਪ੍ਰਭੂ ਪਰਮਾਤਮਾ ਸਾਡਾ ਪਰਿਪੂਰਨ ਹੈ ਤੇ ਉਹ ਆਪ ਕਿਰਪਾ ਕਰਦਾ, ਕਰਨ ਵਾਲਾ ਹੈ। ਇਹ ਕਰਵਾ ਉਹਨੇ ਕੀਤਾ, ਸਾਡੇ ਤੋਂ ਹੋਇਆ ਨਹੀਂ। ਇਹ ਅਵਸਥਾ ਸਾਡੇ ਤੋਂ ਪ੍ਰਾਪਤ ਨਹੀਂ ਹੋਈ। ਉਹਦੀ ਰਹਿਮਤ ਤੇ ਕਿਰਪਾ ਦੇ ਨਾਲ ਉਹਨੇ ਆਪ ਹੀ ਰਹਿਮਤ ਕੀਤੀ ਹੈ ਜੀ। ਉਪਜਿਆ ਤਤ ਗਿਆਨ ਸਹੁ ਰਹਿ ਪਈਐ, ਇੱਕ ਹਰ ਬਲਰਾਮ ਜੀਓ। ਜਦੋਂ ਮਨੁੱਖ ਦੇ ਅੰਦਰ ਤਤ ਗਿਆਨ ਦੀ ਪ੍ਰਾਪਤੀ ਹੋ ਜਾਵੇ ਤੇ ਉਹਦੇ ਲਈ ਫਿਰ ਲੋਕ ਤੇ ਪਰਲੋਕ ਜਿਹੜਾ ਇਹ ਇੱਕ ਹੋ ਜਾਂਦਾ ਹੈ। ਇਸ ਪਰਲੋਕ ਲੋਕ ਨੂੰ ਸਹੁਰੇ ਆਖਿਆ ਤੇ ਅੱਗੇ ਜੋ ਅਸੀਂ ਜਾਣਾ ਹੈ, ਵਾਹਿਗੁਰੂ ਜੀ ਇਹਨੂੰ ਪੇਕੇ ਆਖਿਆ ਤੇ ਅੱਗੇ ਜੋ ਅਸੀਂ ਜਾਣਾ ਉਹਨੂੰ ਸਹੁਰੇ ਆਖਿਆ। ਧੰਨ ਗੁਰੂ ਜੀ ਰਹਿਮਤ ਕਰਦੇ ਨੇ। ਉਪਜਿਆ ਤਤ ਗਿਆਨ। ਹੁਣ ਇਹ ਤਤ ਗਿਆਨ ਕੀ? ਇਹ ਅਖਰੀ ਗਿਆਨ ਨਹੀਂ ਹੈਗਾ। ਅਖਰੀ ਗਿਆਨ ਹੈ ਜਿਹੜਾ ਉਹ ਇਹ ਨਹੀਂ ਹੈਗਾ। ਦਾਸ ਨੇ ਪਹਿਲੂ ਸਮਝਾ ਦਿੱਤਾ ਸੀ, ਅਖਰੀ ਗਿਆਨ ਦੇ ਨਾਲ ਜੀਵਕਾ ਚੱਲ ਸਕਦੀ ਹੈ, ਜ਼ਿੰਦਗੀ ਚੱਲ ਸਕਦੀ ਹੈ, ਸਮਾਂ ਪਾਸ ਹੋ ਸਕਦਾ ਹੈ, ਸਮਾਂ ਬਤੀਤ ਹੋ ਸਕਦਾ ਹੈ, ਅਸੀਂ ਧਨ ਕਮਾ ਸਕਦੇ ਹਾਂ। ਇੱਥੇ ਇੱਕ ਗੱਲ ਹੋਰ ਮੈਂ ਜ਼ਰੂਰ ਦੱਸਾਂਗਾ। ਆਪਾਂ ਸਾਰੀ ਮੰਨ ਲਓ ਜ਼ਿਮੀਂਦਾਰ ਆ ਤੇ ਸਾਰੀ ਖੇਤੀ ਕਰਦੇ ਆ। ਜਿਤਨੇ ਵੀ ਜ਼ਿਮੀਂਦਾਰ ਆ, ਜਿਤਨੇ ਵੀ ਖੇਤੀ ਕਰਨ ਵਾਲੇ ਆ, ਸਾਰੇ ਖੇਤੀ ਜਿਹੜੀ ਕਰਦੇ ਆ ਉਹ ਇੱਕੋ ਢੰਗ ਦੇ ਨਾਲ ਕਰਦੇ ਆ, ਪਰ ਉਹਦੇ ਵਿੱਚ ਜਿਹੜਾ ਤਜਰਬਾ ਉਹ ਸਾਡਾ ਵੱਖੋ ਵੱਖਰਾ ਜੇ। ਥੋੜਾ ਜਿਹਾ ਵਿਚਾਰਾਂ ਨਾਲ ਜੁੜੋਗੇ ਤੇ ਗੱਲ ਦੀ ਸਮਝ ਆ ਜੂਗੀ, ਫਿਰ ਤਤ ਗਿਆਨ ਦਾ ਪਤਾ ਲੱਗੇਗਾ। ਨਹੀਂ ਤਾਂ ਮੈਂ ਕਹਿ ਦੇਣਾ ਪਰਮਾਤਮਾ ਦਾ ਗਿਆਨ, ਨਹੀਂ ਤਾਂ ਇਹਦਾ ਅਰਥ ਤਾਂ ਹੀ ਬਣਦਾ ਨਾ ਪਰਮਾਤਮਾ ਦਾ ਗਿਆਨ। ਤੇ ਜੇ ਥੋੜੀਆਂ ਵਿਚਾਰਾਂ ਨਾਲ ਜੁੜੋਗੇ ਤੇ ਫਿਰ ਤਤ ਗਿਆਨ ਦਾ ਪਤਾ ਲੱਗ ਜਾਏਗਾ ਵੀ ਹੁੰਦਾ ਕੀ ਹੈ। ਆਪਾਂ ਸਾਰੇ ਖੇਤੀ ਕਰਦੇ ਇੱਕੋ ਤਰੀਕੇ ਨਾਲ ਹੀ ਕਰਦੇ ਆ, ਇੱਕੋ ਹੀ ਤਰੀਕਾ ਸਾਡੇ ਸਾਰਿਆਂ ਕੋਲ। ਜੇ ਕੋਈ ਇੱਕ ਵੱਖਰਾ ਤਰੀਕਾ ਅਪਣਾ ਲੈਂਦਾ ਤੇ ਦੂਜੇ ਉਹਨੂੰ ਵੇਖ ਕੇ ਉਵੇਂ ਕਰਨ ਲੱਗ ਜਾਂਦੇ ਨੇ। ਪਰ ਸਾਡਾ ਤਜਰਬਾ ਜਿਹੜਾ ਹੈ ਨਾ ਉਹ ਵੱਖੋ ਵੱਖਰਾ ਹੈ ਤੇ ਦਾਣੇ ਨੇ ਜਿਹੜੇ ਉਹ ਤਜਰਬੇ ਨਾਲ ਨਿਕਲਦੇ ਨੇ। ਆ ਮੈਂ ਵੇਖਿਆ ਕਈ ਜਿਹੜੀ ਰੇਹ ਨਾ ਸੱਟੀ ਜਾਂਦੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਕਦੋਂ ਪਾਣੀ ਹੈ ਤੇ ਕਦੋਂ ਨਹੀਂ ਪਾਣੀ। ਤੇ ਥੋੜਾ ਜਿਹਾ ਮੈਨੂੰ ਵੀ ਗਿਆਨ ਹੈ, ਮੈਂ ਵੀ ਤੁਹਾਨੂੰ ਦੱਸ ਦਿਆਂ। ਜੇ ਰੇਤਲੀ ਪੈਲੀ ਹੋਵੇ ਨਾ ਤੇ ਪਾਣੀ ਤੋਂ ਬਾਅਦ ਯੂਰੀਆ ਖਾਦ ਪਾਈਏ ਤੇ ਜ਼ਿਆਦਾ ਅਸਰ ਕਰਦੀ ਜੇ, ਜਾਂ ਪਾਣੀ ਲਾਉਣ ਤੋਂ 15-20 ਦਿਨ ਪਹਿਲੂ ਪਾ ਦੇ, 5-7 ਦਿਨ ਪਹਿਲੂ ਪਾ ਦੇ ਜ਼ਮੀਨ ਦੇ ਅਨੁਸਾਰ, ਤੇ ਉਹ ਵੀ ਜ਼ਿਆਦਾ ਅਸਰ ਕਰਦੀ। ਜੇ ਪਾਣੀ ਦੇ ਅੱਗੇ ਪਾਈਏ ਤਾਂ ਪਾਣੀ ਦੇ ਨਾਲ ਹੀ ਥੱਲੇ ਚਲੀ ਜਾਂਦੀ, ਕਿਉਂਕਿ ਰੇਤਲੀ ਜ਼ਮੀਨ ਹੈ ਜਿਹੜੀ ਇਹ ਨਾਈਟ੍ਰੋਜਨ ਨੂੰ ਆਪਣੇ ਵਿੱਚ ਬਹੁਤ ਘੱਟ ਰੱਖਦੀ ਏ, ਤਾਂ ਕਰਕੇ ਇਹ ਕਮਜ਼ੋਰ ਰਹਿ ਜਾਂਦੀ ਹੈ। ਇਹਦੇ ਵਿੱਚ ਨਾਈਟ੍ਰੋਜਨ ਦੀ ਕਮੀ ਹੁੰਦੀ ਤੇ ਯੂਰੀਆ ਖਾਦ ਦੇ ਵਿੱਚ ਨਾਈਟ੍ਰੋਜਨ ਹੁੰਦੀ ਹੈ। ਹੁਣ ਜਿਹਨੂੰ ਤਜਰਬਾ ਹੋ ਗਿਆ ਉਹ ਆਪਣੇ ਖੇਤ ਨੂੰ ਵੇਖ ਕੇ ਤੇ ਖੇਤੀ ਉਸ ਤਰੀਕੇ ਨਾਲ ਕਰੇਗਾ ਤੇ ਦਾਣੇ ਉਹਦੇ ਚੰਗੇ ਨਿਕਲਣਗੇ। ਉਸੇ ਤਰ੍ਹਾਂ ਨਿਤਨੇਮ ਅਸੀਂ ਸਾਰੇ ਹੀ ਇੱਕੋ ਤਰੀਕੇ ਨਾਲ ਕਰਦੇ ਹਾਂ। ਜਪਜੀ ਸਾਹਿਬ ਤੋਂ ਸ਼ੁਰੂ ਕਰਦੇ ਹਾਂ ਤੇ ਆਨੰਦ ਸਾਹਿਬ ਤੇ ਆਣ ਕੇ ਸੰਪੂਰਨਤਾ ਜਿਹੜੀ ਉਹ ਕਰ ਲੈਂਦੇ ਆ। ਪਰ ਇਹਦੇ ਵਿੱਚ ਜਿਹੜਾ ਬਾਣੀ ਪੜ੍ਹਨ ਦਾ ਤਜਰਬਾ ਉਹ ਸਾਰਿਆਂ ਦਾ ਵੱਖੋ ਵੱਖਰਾ ਹੈ। ਬਾਣੀ ਪੜ੍ਹਨ ਦਾ ਜਿਹੜਾ ਤਜਰਬਾ ਉਹ ਵੱਖੋ ਵੱਖਰਾ। ਹੁਣ ਜਿਹਨੂੰ ਜ਼ਿਆਦਾ ਤਜਰਬਾ ਹੋ ਗਿਆ ਵੀ ਗੁਰਬਾਣੀ ਨੂੰ ਇਸ ਤਰ੍ਹਾਂ ਪੜ੍ਹਿਆ ਰਸ ਹੁੰਦਾ, ਉਹ ਉਸ ਤਰੀਕੇ ਨਾਲ ਪੜ੍ਹਦਾ ਹੈ, ਉਵੇਂ ਉਹਨੂੰ ਆਨੰਦ ਆ ਜਾਂਦਾ। ਜਿਹਨੂੰ ਪਤਾ ਹੀ ਨਹੀਂ, ਤਜਰਬਾ ਹੀ ਨਹੀਂ, ਉਹ ਫਿਰ ਜੂੜ ਵੱਢਦਾ। ਮੈਂ ਤਾਂ ਇਹੀ ਆਖਾਂਗਾ, ਫਾਰਮੈਲਿਟੀ ਪੂਰੀ ਕਰਦਾ। ਇਸ ਤਰ੍ਹਾਂ ਆਖ ਲੈਂਦੇ ਜਿਵੇਂ ਆਪਾਂ ਨੂੰ ਗੁੱਸਾ ਲੱਗਦਾ ਨਾ, ਫਿਰ ਐਵੇਂ ਆਖ ਲੈਂਦੇ ਆ ਵੀ ਫਾਰਮੈਲਿਟੀ ਪੂਰੀ ਕਰ ਲੈਂਦੇ ਅਸੀਂ। ਉਵੇਂ ਜਿਵੇਂ ਗਿਆਨ ਹੈ ਜਿਹੜਾ ਉਹਦੇ ਤੋਂ ਅੱਗੇ ਜਿਹੜਾ ਤਜਰਬੇ ਦੇ ਨਾਲ ਗਿਆਨ ਅੰਦਰ ਅਨੁਭਵੀ ਗਿਆਨ ਹੋਣਾ ਨਾ, ਉਹਨੂੰ ਤਤ ਗਿਆਨ ਆਖਿਆ ਜੇ। ਇਸ ਗਿਆਨ ਤੋਂ ਬਾਅਦ, ਇਸ ਤਜਰਬੇ ਤੋਂ ਬਾਅਦ ਅੱਗੇ ਕੁਝ ਨਹੀਂ ਰਹਿੰਦਾ। ਜਿਹਨੂੰ ਸਿਮਰਨ ਕਰਨ ਦਾ ਤਜਰਬਾ ਆ ਗਿਆ, ਸਿਮਰਨ ਸਾਰੀ ਕਰਦੇ, ਚੌਂਕੜਾ ਮਾਰ ਕੇ ਬੈਠ ਜਾਓ ਤੇ ਵਾਹਿਗੁਰੂ ਵਾਹਿਗੁਰੂ ਆਖਣ ਲੱਗ ਜਾਓ। ਹੁਣ ਕੰਮ ਤਾਂ ਕਰਨਾ ਤਜਰਬੇ ਨੇ। ਸਾਨੂੰ ਕਿੰਨਾ ਕੁ ਤਜਰਬਾ ਮਨ ਨੂੰ ਰੋਕਣ ਦਾ, ਕਿੰਨਾ ਕੁ ਤਜਰਬਾ ਸਿਮਰਨ ਕਰਨ ਦਾ, ਫਿਰ ਤਤ ਗਿਆਨ ਦੀ ਪ੍ਰਾਪਤੀ ਹੋਣੀ ਹੈ।
ਗੁਰੂ ਜੀ ਰਹਿਮਤ ਕਰਦੇ ਨੇ ਤਤ ਗਿਆਨ, ਜਿਨ੍ਹਾਂ ਨੇ ਤਤ ਗਿਆਨ ਉਪਜਿਆ ਆਪਣੇ ਅੰਦਰ ਪੈਦਾ ਕਰ ਲਿਆ ਹੈ, ਤੇ ਉਹਨਾਂ ਵਾਸਤੇ ਭਾਵੇਂ ਉਹ ਦੁਨੀਆ ਤੇ ਰਹਿਣ ਤੇ ਭਾਵੇਂ ਦੁਨੀਆ ਨੂੰ ਛੱਡ ਕੇ ਕਿਸੇ ਹੋਰ ਲੋਕ ਦੇ ਵਿੱਚ ਸਹੁਰੇ ਪਈਏ, ਇੱਕ ਉਹਦੇ ਵਾਸਤੇ ਇੱਕੋ ਹੀ ਹੋ ਗਿਆ। ਉਹਦੇ ਵਾਸਤੇ ਫਰਕ ਨਹੀਂ ਰਿਹਾ, ਨਾ ਨਰਕ ਦਾ ਫਰਕ ਹੈ ਤੇ ਨਾ ਸੁਰਗ ਦਾ ਫਰਕ ਹੈ। ਉਹ ਜੇ ਨਰਕ 'ਚ ਗਿਆ ਚਲਾ ਨਾ, ਉਹਨੇ ਨਰਕ ਨੂੰ ਵੀ ਸੁਰਗ ਬਣਾ ਲੈਣਾ ਹੈ, ਤੇ ਜੇ ਉਹ ਸੁਰਗ 'ਚ ਗਿਆ ਚਲਾ ਨਾ ਦੂਜਾ ਮਨੁੱਖ, ਤੇ ਉਹਨੇ ਸੁਰਗ ਨੂੰ ਨਰਕ ਬਣਾ ਦੇਣਾ। ਜੇ ਕਈ ਮਾਈਆਂ ਹੁੰਦੀਆਂ ਨੇ, ਗੁੱਸਾ ਨਾ ਕਰਿਓ, ਮੈਂ ਵੈਸੇ ਨੁਕਤੇ ਲਈ ਦੱਸਦਾ, ਉਹ ਕਣਕ ਦਾ ਬਾਜਰਾ ਬਣਾ ਦਿੰਦੀਆਂ ਨੇ। ਕਣਕ ਦੀ ਰੋਟੀ ਹੈ ਜਿਹੜੀ, ਉਹ ਬਾਜਰੇ ਨਾਲ ਭੈੜੀ ਹੋ ਜਾਂਦੀ ਹੈ। ਬਾਜਰੇ ਦੀ ਰੋਟੀ ਖਾਣੀ ਔਖੀ ਹੈ ਨਾ, ਤੇ ਉਹ ਕਈ ਮਾਈਆਂ ਨੇ ਉਹ ਬਾਜਰੇ ਨੂੰ ਇਸ ਤਰ੍ਹਾਂ ਦੇ ਸੋਹਣੇ ਤਰੀਕੇ ਦੇ ਨਾਲ ਉਹਨੂੰ ਤਜਰਬਾ ਹੋਇਆ ਵੀ ਇਹਨੂੰ ਗਰਮ ਪਾਣੀ ਦੇ ਵਿੱਚ ਗੁੰਨਣਾ ਹੈ, ਇਹਦੀ ਗਿਰ ਮੋਟੀ ਹੋਣੀ ਚਾਹੀਦੀ ਹੈ, ਇਹਨੂੰ ਮੱਠਾ ਮੱਠਾ ਸੇਕ, ਇਹ ਤਜਰਬਾ ਹੈ ਨਾ, ਇਹਨੂੰ ਮੱਠਾ ਮੱਠਾ ਸੇਕ ਚਾਹੀਦਾ, ਤੇ ਉਹ ਬਾਜਰੇ ਦੀ ਰੋਟੀ ਇਤਨੀ ਮਿਠਾਸ ਵਾਲੀ ਬਣ ਜਾਏਗੀ, ਅਗਲਾ ਕਣਕ ਵਾਲੀ ਖਾਣੀ ਛੱਡ ਦਿੰਦਾ। ਤੇ ਕਈ ਕਣਕ ਵਾਲੀ ਨੂੰ ਧੂਸ ਕੇ ਛੱਡ ਦਿੰਦੀਆਂ, ਉਹ ਖਾਣ ਵਾਲੀ ਨਹੀਂ ਰਹਿੰਦੀ। ਤਜਰਬਾ ਹੈ ਨਾ। ਉਵੇਂ ਜਿਵੇਂ ਤਤ ਗਿਆਨ ਸਹੁਰੇ ਪਈਏ ਇੱਕ, ਜਿਹਨੂੰ ਤਤ ਗਿਆਨ ਦੀ ਪ੍ਰਾਪਤੀ ਹੋ ਗਈ ਹੈ, ਉਹਦੇ ਵਾਸਤੇ ਲੋਕ ਤੇ ਪਰਲੋਕ ਇੱਕ ਹੋ ਗਿਆ ਹੈ। ਬਲਰਾਮ ਜੀਓ, ਹੇ ਮੇਰੇ ਵਾਹਿਗੁਰੂ ਜੀਓ ਜੀ, ਬ੍ਰਹਮੈ ਬ੍ਰਹਮ ਮਿਲਿਆ ਕੋਈ ਨਾ ਸਾਕੈ, ਭਿੰਨ ਕਰ ਬਲਰਾਮ ਜੀਓ। ਹੁਣ ਇਹ ਮਨੁੱਖ ਨਹੀਂ ਰਿਹਾ, ਇਹ ਸਰੀਰ ਨਹੀਂ ਰਿਹਾ, ਕਿਉਂਕਿ ਗੁਰਦੁਆਰਾ ਬਣ ਗਿਆ ਨਾ। ਬ੍ਰਹਮੇ ਬ੍ਰਹਮ ਮਿਲਿਆ, ਇਹ ਆਪ ਵੀ ਬ੍ਰਹਮ ਹੋ ਗਿਆ ਤੇ ਉਹ ਪਰਮਾਤਮਾ ਵੀ ਬ੍ਰਹਮ ਹੈ, ਇਹਨਾਂ ਨੇ ਹੁਣ ਇੱਕ ਹੋ ਗਏ ਨੇ। ਆਪਾਂ ਕਹਿ ਦਿੰਦੇ ਆ ਨਾ, ਪ੍ਰਭੂ ਪਰਮਾਤਮਾ ਦਾ ਨਿਰਗੁਣ ਸਰੂਪ ਹੈ ਜਿਹੜਾ, ਤੇ ਸਰਗੁਣ ਸਰੂਪ ਹੈ ਜਿਹੜਾ, ਉਹ ਸੰਤ ਨੇ। ਨਿਰਗੁਣ ਸਰੂਪ ਹੈ ਜਿਹੜਾ ਪਰਮਾਤਮਾ ਦਾ, ਉਹ ਕਿਸੇ ਨੇ ਵੇਖਿਆ ਨਹੀਂ, ਸਿਰਫ ਅਨੁਭਵ ਹੈ। ਤੇ ਸਰਗੁਣ ਸਰੂਪ ਹੈ ਜਿਹੜਾ, ਜਿਹੜੇ ਸੰਤ ਨੇ, ਉਹ ਪ੍ਰਭੂ ਪਰਮਾਤਮਾ ਦਾ ਸਰਗੁਣ ਸਰੂਪ ਜੇ। ਉਵੇਂ ਬ੍ਰਹਮੇ ਬ੍ਰਹਮ ਮਿਲਿਆ, ਇਹ ਬ੍ਰਹਮਾ ਹੋ ਗਿਆ ਹੈ, ਪਰਮਾਤਮਾ ਦਾ ਰੂਪ ਹੋ ਗਿਆ ਹੈ, ਗੁਰਦੁਆਰਾ ਬਣ ਗਿਆ ਹੈ, ਪਾਵਨ ਸਥਾਨ ਬਣ ਗਿਆ ਹੈ। ਬ੍ਰਹਮ ਮਿਲਿਆ ਤੇ ਪਰਮਾਤਮਾ ਦੇ ਵਿੱਚ ਮਿਲ ਗਿਆ। ਕੋਈ ਨਾ ਸਕਾ, ਕਿਸੇ ਦੇ ਵਿੱਚ ਹਿੰਮਤ ਹੀ ਨਹੀਂ ਹੈਗੀ ਪਿੰਨ ਕਰ ਉਹਨੂੰ ਵੱਖਰਾ ਕਰ ਦੇਵੇ ਰੱਬ ਦੇ ਨਾਲ। ਕਿਸੇ ਦੇ ਵਿੱਚ ਹਿੰਮਤ ਹੀ ਨਹੀਂ ਹੈਗੀ। ਆਪਣ ਬਾਪੇ ਭਾਵਨ ਕੋ ਹਰ ਰਾਜਾ, ਆਪਣ ਬਾਪੇ ਨਹੀਂ ਕਿਸੇ ਕੋ। ਭਗਤ ਜੀ ਨੂੰ ਕਿਸੇ ਨੇ ਆਖਿਆ ਸੀ ਨਾ, ਭਾਈ ਤੂੰ ਹਿੰਦੂ ਧਰਮ ਦੇ ਵਿੱਚ ਆ ਜਾ ਜਾਂ ਮੁਸਲਮਾਨ ਧਰਮ ਦੇ ਵਿੱਚ ਆ ਜਾ, ਤੇ ਇਸ ਮਾਨ ਮਰਿਆਦਾ ਦੇ ਵਿੱਚ ਰਹੋ, ਤੇ ਫਿਰ ਤੈਨੂੰ ਪਰਮਾਤਮਾ ਮਿਲੇਗਾ। ਜਿਵੇਂ ਇੱਕ ਜਣਾ ਖੇਤੀ ਕਰਦਾ ਤਾਂ ਦੂਜੇ ਨੂੰ ਆਖੇ ਨਾ ਤੂੰ ਇਸ ਤਰ੍ਹਾਂ ਖੇਤੀ ਕਰ, ਤੇ ਜਿਹਨੂੰ ਤਜਰਬਾ ਆਖੂਗਾ ਤੂੰ ਐਵੇਂ ਕਰਦਾ ਰਹੋ, ਮੈਂ ਨਹੀਂ ਕਰਦਾ, ਮੈਨੂੰ ਤਾਂ ਤਜਰਬਾ, ਮੇਰੇ ਦਾਣੇ ਸੋਹਣੇ ਹੁੰਦੇ ਨੇ, ਫਿਰ ਮੈਂ ਕਿਉਂ ਤੇਰੇ ਆਖੇ ਲੱਗਾ। ਤੇ ਭਗਤ ਜੀ ਨੇ ਕਿਹਾ ਸੀ, ਆਪਣ ਬਾਪੇ ਨਹੀਂ ਕਿਸੇ ਕੋਈ, ਤੇਰੇ ਪਿਓ ਦਾ ਨਹੀਂ ਹੈਗਾ ਜਿਹੜਾ ਮੰਦਿਰ 'ਚ ਬੈਠਾ ਹੈ, ਇਹ ਤੇਰੇ ਪਿਓ ਦਾ ਨਹੀਂ ਹੈਗਾ ਜੇ ਮਸਜਿਦ ਦੇ ਵਿੱਚ ਬੈਠਾ ਹੈ। ਆਪਣ ਬਾਪੇ ਨਹੀਂ ਕਿਸੇ ਕੋ, ਮੈਂ ਨਹੀਂ ਕਹਿ ਰਿਹਾ, ਗੁਰਬਾਣੀ ਕਹਿ ਰਹੀ ਹੈ, ਭਗਤ ਬਾਣੀ ਦੇ ਅੰਦਰ ਆਉਂਦਾ ਹੈ। ਆਪਣ ਬਾਪੇ ਨਹੀਂ ਕਿਸੇ ਕੋ, ਭਾਵਨ ਕੋ ਹਰ ਰਾਜਾ। ਉਹ ਖੁਸ਼ ਹੁੰਦਾ ਭਾਵਨਾ ਨੂੰ ਵੇਖ ਕੇ, ਅੰਦਰ ਦੀ ਭਾਵਨਾ ਵੇਖਦਾ ਵੀ ਇਹਦੀ ਭਾਵਨਾ ਕਿਸ ਤਰ੍ਹਾਂ ਦੀ ਹੈ। ਭਾਗ ਭਾਵਨਾ ਨੂੰ ਲੱਗਦੇ ਨੇ। ਹੁਣ ਜਿੰਦੀ ਭਾਵਨਾ ਪ੍ਰਭੂ ਪਰਮਾਤਮਾ ਵਾਲੀ ਹੋ ਗਈ, ਉਹ ਪਰਮਾਤਮਾ ਦਾ ਰੂਪ ਹੋ ਗਿਆ ਤੇ ਉਸ ਦੇ ਵਿੱਚ ਮਿਲ ਗਿਆ। ਫਿਰ ਇਸ ਭਾਵਨਾ ਵਾਲੇ ਬ੍ਰਹਮ ਰੂਪ ਨੂੰ ਕੋਈ ਉਹਦੇ ਵਾਹਿਗੁਰੂ ਦੇ ਨਾਲੋਂ ਅੱਡ ਨਹੀਂ ਕਰ ਸਕਦਾ ਹੈ ਜੀ। ਬਿਸਮ ਪੇਖੈ ਬਿਸਮ ਸੁਣੀਐ, ਬਿਸਮਾਦ ਨਦਰੀ ਆਇਆ। ਪੇਖੇ ਦਾ ਅਰਥ ਹੁੰਦਾ ਵੇਖਣਾ, ਤੇ ਸੁਣੀਏ ਦਾ ਅਰਥ ਹੁੰਦਾ ਸੁਣਨਾ। ਬਿਸਮ ਪੇਖੈ, ਇਹਦੇ ਦਰਸ਼ਨ ਨੇ ਨਾ ਜਿਹੜੇ, ਇਹਦਾ ਵੇਖਣਾ ਜਿਹੜਾ, ਇਹ ਵੀ ਵਿਸਮਾਦ ਹੈ। ਇਹਦਾ ਜੋ ਵੇਖਣਾ ਹੈ ਇਹ ਵੀ ਵਿਸਮਾਦ ਹੈ। ਬਿਸਮ ਸੁਣੀਏ, ਇਹਦਾ ਸੁਣਨਾ ਜਿਹੜਾ, ਇਹ ਵੀ ਵਿਸਮਾਦ ਹੈ। ਵਿਸਮਾਦ ਨਜ਼ਰੀਆ ਹੈ, ਇਹਨੂੰ ਸਾਰਿਆਂ ਦੇ ਵਿੱਚ ਉਹ ਪ੍ਰਭੂ ਪਰਮਾਤਮਾ ਜੋ ਵਿਸਮਾਦ ਰੂਪ ਹੈ ਨਾ, ਉਹ ਨਜ਼ਰ ਆਉਣ ਲੱਗ ਗਿਆ ਹੈ ਜੀ। ਜਲ ਥਲ ਮਹੀਲ ਪੂਰਨ ਸੁਆਮੀ, ਘਟ ਘਟ ਰਹਿਆ ਸਮਾਇਆ। ਹੁਣ ਵਿਸਮਾਦ ਰੂਪ ਜਿਹੜਾ ਸਾਰਿਆਂ ਦੇ ਵਿੱਚ ਨਜ਼ਰੀ ਆਇਆ, ਉਹ ਪਾਣੀ ਦੇ ਵਿੱਚ ਰਹਿਣ ਵਾਲੇ ਜੀਵਾਂ ਦੇ ਵਿੱਚ ਵੀ ਉਹਨੂੰ ਆ ਗਿਆ। ਸੁੱਕੀ ਥਾਂ ਤੇ ਰਹਿਣ ਵਾਲੇ, ਮਹੀਲ ਦਾ ਅਰਥ ਹੈ ਪਲਾਟ ਦੇ ਵਿੱਚ ਰਹਿਣ ਵਾਲੇ। ਪੂਰਨ ਸੁਆਮੀ ਪ੍ਰਭੂ ਪਰਮਾਤਮਾ ਪਰਿਪੂਰਨ ਰੂਪ ਦੇ ਵਿੱਚ ਘਟ ਘਟ ਰਿਹਾ ਸਮਾਇਆ, ਹਰ ਇੱਕ ਸਰੀਰ ਦੇ ਵਿੱਚ ਵਿਆਪਕ ਹੈ ਜੀ। ਜਿਸ ਤੇ ਉਪਜਿਆ ਤਿਸ ਮਾਹੀ ਸਮਾਇਆ, ਕੀਮਤ ਕਹਿਣ ਨਾ ਜਾਏ। ਸਾਡੀ ਉਤਪਤੀ ਉਸ ਪਰਮਾਤਮਾ ਵਾਹਿਗੁਰੂ ਤੋਂ ਹੋਈ ਹੈ, ਉਸ ਤੋਂ ਆਏ ਅਸੀਂ, ਉਸ ਦੀ ਅੰਸ਼ ਆ। ਜਿਸ ਤੇ ਉਪਜਿਆ, ਹੁਣ ਜਿਹਦੇ ਤੋਂ ਇਹ ਪੈਦਾ ਹੋਇਆ ਸੀ, ਤੇ ਸਮਾਏ ਸਮਾਇਆ ਉਹਦੇ ਵਿੱਚ ਅਭੇਦ ਹੋ ਗਿਆ। ਕੀਮਤ ਕਹਿਣ ਨਾ ਜਾਏ, ਇਹਦੀ ਕੀਮਤ ਹੈ ਨਾ ਜਿਹੜੀ, ਇਹ ਹੁਣ ਕਹੀ ਨਹੀਂ ਜਾ ਸਕਦੀ। ਉੱਥੇ ਗੱਲ ਫੇਰ ਆ ਜਾਣੀ ਹੈ, ਸਿਰ ਵੱਡੇ ਵੱਢ ਦੀਜੇ। ਇਹਨੂੰ ਹੁਣ ਦਈਏ ਕੀ, ਇਹਦੀ ਕੀਮਤ ਕਿਵੇਂ ਪਾਈਏ? ਭਾਈ ਹੁਣ ਸਾਡੇ ਕੋਲ ਤਾਂ ਇਕੱਲਾ ਸਿਰ ਰਹਿ ਗਿਆ, ਹੋਰ ਤਾਂ ਕੁਝ ਨਹੀਂ।
ਤੇ ਸਿਰ ਲੈਣ ਵਾਲਾ ਜਿਹੜਾ ਨਾ ਫਿਰ ਉਹ ਆਪ ਹੀ ਸ਼ਰਮਿੰਦਾ ਹੋ ਜਾਂਦਾ ਵੀ ਅੱਗੇ ਤਾਂ ਇਹਦੇ ਹਲ ਪੈਸੇ ਮਰਨਗੇ ਤੇ ਜੇ ਕਤਲ ਕਰਕੇ ਇਹਦਾ ਸਿਰ ਲਾ ਲਿਆ ਨਾ ਤੇ ਫਿਰ ਜੇਲ੍ਹ ਹੋਰ ਭੁਗਤਣੀ ਪੈਣੀ। ਉਹ ਫਿਰ ਚੁੱਪ ਕਰਕੇ ਪਿਛਾੜ ਜਾਂਦਾ ਵੀ ਨਹੀਂ ਹੁਣ ਕੁਝ ਹੈ ਹੀ ਨਹੀਂ। ਉਵੇਂ ਜਿਵੇਂ ਕੀਮਤ ਕਹਿਣ ਨਾ ਜਾਏ, ਇਹਦੀ ਜਿਹੜੀ ਵਡਿਆਈ ਹੈ ਨਾ, ਇਹਦੀ ਜਿਹੜੀ ਕੀਮਤ ਹੈ ਨਾ, ਉਹ ਬਿਆਨ ਕਰਕੇ ਨਹੀਂ ਦੱਸੀ ਜਾ ਸਕਦੀ, ਜਾਂ ਇਸ ਦੀ ਕੀਮਤ ਜਿਹੜੀ ਉਹ ਦਿੱਤੀ ਨਹੀਂ ਜਾ ਸਕਦੀ। ਦੁਨੀਆ ਦੀ ਕੋਈ ਵੀ ਚੀਜ਼, ਕੋਈ ਵੀ ਪਦਾਰਥ ਇਸ ਤਰ੍ਹਾਂ ਦਾ ਨਹੀਂ ਹੈਗਾ ਜਿਹਨੂੰ ਦੇ ਕੇ ਅਸੀਂ ਇਸ ਦੇ ਆਸਾਨ ਨੂੰ ਲਾ ਦਈਏ ਜੀ। ਜਿਸ ਕੇ ਚਲਤ ਨ ਜਾਹੀ ਲਖਣੇ ਨਾਨਕ ਤਿਸੈ ਧਿਆਏ। ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਉਹਦੀ ਵਡਿਆਈ ਕਰਨੀ ਤਾਂ ਜ਼ਰੂਰੀ ਸੀ, ਪਰ ਇਤਨੀ ਕੁ ਵਡਿਆਈ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਵੀ ਪ੍ਰਭੂ ਪਰਮਾਤਮਾ ਦੇ ਜਿਹੜੇ ਕੌਤਕ ਨੇ ਅਸੀਂ ਸਾਰੇ ਜਾਣ ਲਏ ਨੇ। ਪ੍ਰੇਮ ਭਗਤ ਕੇ ਕਾਰਨੇ ਫਿਰ ਵਡਿਆਈ ਕਰਦੇ ਕਿਉਂ ਆ? ਉਸ ਪ੍ਰਭੂ ਪਰਮਾਤਮਾ ਦੀ ਪ੍ਰੇਮਾ ਭਗਤੀ ਸਾਡੇ ਅੰਦਰ ਪੈਦਾ ਹੋ ਜਾਵੇ, ਇਸ ਕਰਕੇ ਕਰਦੇ ਆ। ਜਿਸ ਕੇ ਚਲਤ ਨਾ ਜਾਹੀ ਲਖਣੇ, ਉਹਨਾਂ ਦੀ ਲਖਤਾ ਨਹੀਂ ਪਾਈ ਜਾ ਸਕਦੀ, ਉਹਨਾਂ ਨੂੰ ਜਾਣਿਆ ਨਹੀਂ ਜਾ ਸਕਦਾ। ਇਸ ਤਰ੍ਹਾਂ ਦੇ ਉਸ ਵਾਹਿਗੁਰੂ ਦੇ ਕੌਤਕ ਨੇ। ਨਾਨਕ ਤਿਸੇ ਤੇ ਆਏ, ਤੇ ਗੁਰੂ ਜੀ ਰਹਿਮਤ ਕਰਦੇ ਨੇ ਉਧਰ ਆਪਾਂ ਨਾ ਜਾਈਏ, ਉਸ ਦੇ ਨਾਮ ਨੂੰ ਜਪਣਾ ਕਰੀਏ, ਸਿਮਰਨਾ ਕਰੀਏ, ਫਿਰ ਆਪ ਹੀ ਕਿਰਪਾ ਕਰਦਾ ਅੰਦਰ ਇਸ ਤਰ੍ਹਾਂ ਦੀ ਵਿਰਾਗ ਬਿਰਤੀ ਸੁਰਤ ਜਿਹੜੀ ਸੋਝੀ ਦੇ ਦਿੰਦਾ ਹੈ। ਫਿਰ ਮਨ ਜਿਹੜਾ ਉਮੰਗ ਦੇ ਵਿੱਚ ਹੋ ਕੇ ਉਸ ਦੇ ਜਸ ਨੂੰ ਗਾਇਨ ਕਰਦਾ, ਤੇ ਫਿਰ ਭਾਈ ਉਹਨੂੰ ਪ੍ਰਵਾਨ ਹੁੰਦੇ ਨੇ। ਬੱਧਾ ਚੱਟੀ ਜੋ ਪਰੇ, ਨਾ ਗੁਣ ਨਾ ਉਪਕਾਰ। ਜਦੋਂ ਤੱਕ ਮਨ ਦੇ ਵਿੱਚ ਉਮੰਗ ਨਹੀਂ ਆਉਂਦਾ, ਉਛਾਲਾ ਨਹੀਂ ਆਉਂਦਾ, ਉਦੋਂ ਤੱਕ ਉਸ ਪ੍ਰਭੂ ਪਰਮਾਤਮਾ ਨੂੰ ਗੁਣ ਗਾਇਨ ਕੀਤੇ ਹੋਏ ਜਿਹੜੇ ਨੇ ਨਾ, ਉਹ ਪ੍ਰਵਾਨ ਨਹੀਂ ਹੁੰਦੇ। ਇਤਨੀ ਕੋ ਸੇਵਾ ਸੰਗਤ ਨੇ ਪ੍ਰਵਾਨ ਕਰਨੀ। ਦੇਹੋ ਸੱਜਣ ਆਸੀਸ ਰਿਆ, ਜੋ ਹੋਵੇ ਸਹਿਬ ਸਿਉ ਮੇਲ।